ਸ੍ਰੀ ਹਰਿ ਕ੍ਰਿਸ਼ਨ ਮਨਾਉ, ਤੇਗ ਬਹਾਦਰ ਪਰਮ ਸਤਿਗੁਰ ਪਰਮ ਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਆਈ ਸਲਾਮ ਅਲੈਕਮ ਕਰਕੇ, ਬੈਠਿਓ ਨਿਕਟ ਹਰਖ ਉਰ ਭਰ ਕੇ। ਕਯੋ ਬਡੋ ਮਤ ਹਿੰਦੂ ਤੁਰਕਾ, ਉਚਰੋ ਤਪਾ ਭੇਦ ਨਿਜ ਉਰਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਦੇ ਹੋ। ਔਰ ਨੌਵੇਂ ਪਾਤਸ਼ਾਹ ਤਿਲਕ ਜੰਝੂ ਦੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਪਾਤਰ ਬਣਦੇ ਹੋ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਮਾਤ ਲੋਕ ਦੀ ਧਰਤੀ ਤੇ ਨਿਰੰਕਾਰ ਨੇ ਆਪ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਅਵਤਰਤ ਹੋ ਕੇ ਦਰਸ਼ਨ ਦਿੱਤੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਿਸ ਨਿਰੰਕਾਰ ਪਰਮੇਸ਼ਰ ਦੇ ਕਰੋਮ 'ਚ ਕਰੋੜਾਂ ਬ੍ਰਹਮੰਡ ਵਸਦੇ ਹਨ, ਉਸ ਨਿਰੰਕਾਰ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਹੋ ਕੇ ਮਾਨਵੀ ਸਰੀਰ ਧਾਰਨ ਕਰਕੇ ਸੰਸਾਰ ਦੇ ਲੋਕਾਂ ਨੂੰ ਦਰਸ਼ਨ ਦਿੱਤੇ। ਐਸੇ ਦੀਨ ਦਿਆਲ ਸਤਿਗੁਰਾਂ ਨੇ ਇਸ ਮਾਤ ਲੋਕ ਦੀ ਧਰਤੀ ਤੇ ਵਿਚਰਦਿਆਂ ਜੋ ਅਨੇਕ ਪ੍ਰਕਾਰ ਦੇ ਜੀਵਾਂ ਦੀ ਕਲਿਆਣ ਕੀਤੀ ਹੈ। ਉੱਤਮ, ਮੱਧਮ, ਕਨਿਸ਼ਟ ਤਿੰਨ ਪ੍ਰਕਾਰ ਦੇ ਪ੍ਰਾਣੀ ਹੁੰਦੇ ਹੈ। ਤਿੰਨਾਂ ਨੂੰ ਮਹਾਰਾਜ ਜੀ ਨੇ ਉਧਾਰਿਆ। ਸਤਿਗੁਰਾਂ ਦੀ ਸ਼ਰਨ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇੱਕ ਮੁਸਲਮਾਨ ਸ਼ੇਖ, ਜਿਹਦਾ ਨਾਮ ਭਾਈ ਮਾਲੋ ਸ਼ੇਖ ਹੈ, ਉਹ ਦਰਸ਼ਨ ਕਰਨ ਲਈ ਪੁੱਜਾ। ਸਾਹਿਬ ਨੂੰ ਆ ਕੇ ਪੁੱਛਿਆ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ? ਪਾਤਸ਼ਾਹ ਕਹਿੰਦੇ ਇੱਦਾਂ ਦੇ ਬਚਨ ਉਹ ਕਰਦਾ ਮਾਲੋ ਸ਼ੇਖ ਜਿਹੜਾ ਅਣਜਾਣ ਹੋਵੇ।
ਪਰਮਾਤਮਾ ਨੇ ਮਨੁੱਖ ਘੜੇ ਹਨ, ਇੱਕੋ ਮਿੱਟੀ ਤੋਂ ਘੜੇ ਨੇ, ਔਰ ਸਭ ਨੂੰ ਘੜ ਕੇ ਆਪਣੀ ਜੋਤ ਸਭ ਵਿੱਚ ਵਿਦਮਾਨ ਕੀਤੀ ਹੈ। ਜਿਹੜਾ ਨਿਰੰਕਾਰ ਦੀ ਬੰਦਗੀ ਕਰਦਾ ਉਹੀ ਨਿਰੰਕਾਰ ਦੀ ਦਰਗਾਹ 'ਚ ਪ੍ਰਵਾਨ ਹੁੰਦਾ ਹੈ। ਉਹ ਚਾਹੇ ਹਿੰਦੂਆਂ ਵਿੱਚ ਹੋਵੇ, ਚਾਹੇ ਮੁਸਲਮਾਨਾਂ ਵਿੱਚ ਹੋਵੇ। ਇਹ ਪਾਵਨ ਉਪਦੇਸ਼ ਸਤਿਗੁਰਾਂ ਦਾ ਸਰਵਣ ਕਰਕੇ ਭਾਈ ਮਾਲੋ ਸ਼ੇਖ ਸਤਿਗੁਰਾਂ ਦੇ ਚਰਨਾਂ ਦੇ ਮੁਰੀਦ ਬਣ ਗਏ। ਵਾਪਸ ਆਪਣੇ ਨਗਰ ਗਏ। ਰੱਬੀ ਰੰਗ ਵਿੱਚ ਰੰਗੇ ਹੋਏ ਬੰਦਗੀ ਕਰਦੇ ਨੇ। ਜਿੱਥੇ ਬਹਿੰਦੇ ਨੇ, ਜਿਸ ਮਜਲਿਸ ਵਿੱਚ ਜਾਂਦੇ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਦੇ ਹਨ। ਇਹਨਾਂ ਦੇ ਇੱਕ ਮਿੱਤਰ ਸਨ ਮਾਲੋ ਸ਼ੇਖ ਦੇ, ਉਹਨਾਂ ਦਾ ਨਾਮ ਸੀ ਉਭਾਰੇ ਖਾਨ। ਉਹ ਇਹਨਾਂ ਨੂੰ ਮਿਲਣ ਵਾਸਤੇ ਆਏ ਤੇ ਭਾਈ ਮਾਲੋ ਸ਼ੇਖ ਨੇ ਉਭਾਰੇ ਖਾਨ ਨੂੰ ਗੁਰੂ ਨਾਨਕ ਸਾਹਿਬ ਬਾਰੇ ਦੱਸਿਆ ਕਿ ਉਭਾਰੇ ਖਾਨ, ਇਸ ਧਰਤੀ ਤੇ ਖੁਦਾ ਨੇ ਅਵਤਾਰ ਧਾਰਨ ਕੀਤਾ, ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਏ ਨੇ। ਤੂੰ ਜਾ ਕੇ ਉਹਨਾਂ ਦੇ ਦਰਸ਼ਨ ਕਰ ਜੇ ਤੂੰ ਆਪਣੇ ਕਲਿਆਣ ਚਾਹੁੰਦਾ। ਉਭਾਰੇ ਖਾਨ ਨੇ ਜਦੋਂ ਇਹ ਗੱਲ ਸੁਣੀ ਪ੍ਰਭਾਵਿਤ ਹੋਇਆ। ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗੁਰੂ ਚਰਨਾਂ 'ਚ ਹਾਜ਼ਰ ਹੋ ਰਿਹਾ ਹੈ। ਪਾਤਸ਼ਾਹ ਨਾਲ ਉਭਾਰੇ ਖਾਨ ਦੀ ਵਾਰਤਾਲਾਪ ਹੋ ਰਹੀ ਹੈ। ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਲਿਖ ਰਹੇ ਹਨ। ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਦਸੋਂ ਪਾਤਸ਼ਾਹੀਆਂ ਦਾ ਇਤਿਹਾਸ ਜਦੋਂ ਲਿਖਿਆ ਹੈ, ਇਸ ਭਾਵਨਾ ਨਾਲ ਲਿਖਿਆ ਹੈ ਕਿ ਇਹ ਕਥਾ ਪਰਮੇਸ਼ਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ। ਗੁਰੂ ਸਾਹਿਬ ਨੂੰ ਵਿਅਕਤੀ ਜਾਣ ਕੇ ਉਹਨਾਂ ਦੀ ਕਥਾ ਨਹੀਂ ਲਿਖੀ। ਮਹਾਕਵੀ ਜੀ ਨੇ ਗੁਰੂ ਸਾਹਿਬ ਨੂੰ ਗੁਰੂ ਪਰਮੇਸ਼ਰ ਜਾਣ ਕੇ ਉਹਨਾਂ ਦੀ ਕਥਾ ਲਿਖੀ ਹੈ। ਇਸ ਕਰਕੇ ਹਰ ਬਚਨ ਵਿੱਚ ਮਹਾਕਵੀ ਜੀ ਦੇ ਹਿਰਦੇ ਵਿੱਚ ਸਤਿਗੁਰੂ ਜੀ ਦੇ ਪ੍ਰਤੀ ਅਥਾਹ ਸ਼ਰਧਾ ਭਾਵਨਾ ਤੇ ਸਤਿਕਾਰ ਸਪੁਰਤ ਹੁੰਦਾ ਹੈ। ਜਦੋਂ ਇਸ ਕਥਾ ਨੂੰ ਕਰਦੇ ਹਾਂ, ਸੁਣਦੇ ਹਾਂ, ਤਾਂ ਸਾਡੇ ਹਿਰਦਿਆਂ ਵਿੱਚ ਸਤਿਗੁਰਾਂ ਦੇ ਪ੍ਰਤੀ ਪ੍ਰੇਮ ਭਾਵਨਾ, ਸ਼ਰਧਾ ਤੇ ਸਤਿਕਾਰ ਜਾਗਦਾ ਹੈ। ਮਹਾਂਪੁਰਸ਼ ਦੱਸਦੇ ਹਨ ਕਿ ਮਨ ਵਿੱਚ ਕਰਮ ਕਰਕੇ ਇਕਾਗਰ ਹੋ ਕੇ ਜੋ ਆਪਣੀ ਸੁਰਤ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਦਸੋਂ ਪਾਤਸ਼ਾਹੀਆਂ ਦੀ ਇਸ ਪਾਵਨ ਕਥਾ ਨੂੰ ਸਰਵਣ ਕਰ ਲੈਂਦਾ ਹੈ, ਉਹ ਇਸ ਸੰਸਾਰ ਵਿੱਚ ਰਹਿੰਦਿਆਂ, ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਐਸੀ ਅੰਮ੍ਰਿਤ ਕਥਾ ਹੈ, ਗੁਰੂ ਪਰਮੇਸ਼ਰ ਦੀ ਕਥਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਆਈ ਸਲਾਮ ਅਲੈਕਮ ਕਰਕੇ। ਉਭਾਰੇ ਖਾਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਕਰਤਾਰਪੁਰ ਸਾਹਿਬ ਆਇਆ। ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਸਲਾਮ ਵਾਲੇਕੁਮ ਇਉਂ ਕਹਿ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਬੈਠਿਓ ਨਿਕਟ ਹਰਖ ਉਰ ਭਰ ਕੇ। ਬੜੇ ਹਰਖ ਨਾਲ, ਬੜੀ ਖੁਸ਼ੀ ਨਾਲ, ਬੜੇ ਚਾਅ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਉਭਾਰੇ ਖਾਨ ਜੀ ਬੈਠ ਗਏ। ਕਯੋ ਬਡੋ ਮਤ ਹਿੰਦੂ ਤੁਰਕਾ। ਇਹ ਸਵਾਲ ਅਕਸਰ ਇਹਨਾਂ ਮੁਸਲਮਾਨ ਫਕੀਰਾਂ ਦੇ ਜਾਂ ਮੁਸਲਮਾਨ ਖਾਨਾਂ ਦੇ ਦਿਲਾਂ 'ਚ ਉੱਠਦਾ ਸੀ। ਸਤਿਗੁਰੂ ਜੀ ਨੂੰ ਪੁੱਛਦਾ ਉਭਾਰੇ ਖਾਨ, ਮਹਾਰਾਜ ਹਿੰਦੂਆਂ ਦਾ ਮਤ ਵੱਡਾ ਹੈ ਕਿ ਮੁਸਲਮਾਨਾਂ ਦਾ ਮਤ ਵੱਡਾ ਹੈ? ਖਾਲਸਾ ਜੀ, ਇੱਕ ਬੜੀ ਵੱਡੀ ਤਰਾਸਦੀ ਹੋਈ ਸਮਾਜ ਦੀ। ਅਸੀਂ ਹਰੇਕ ਉਸ ਦੂਸਰੇ ਬੰਦੇ ਦੇ ਮੁਖੋਂ ਉਹ ਸੁਣਨਾ ਚਾਹੁੰਦੇ ਹਾਂ ਜੋ ਸਾਡੀ ਦਿਲੀ ਇੱਛਾ ਹੁੰਦੀ। ਜੋ ਸਾਡੇ ਦਿਲ ਦੀ ਇੱਛਾ ਨਹੀਂ ਵੀ ਅਸੀਂ ਇਹ ਨਹੀਂ ਸੁਣਨਾ, ਉਹ ਅਸੀਂ ਕਿਸੇ ਦੀ ਜ਼ੁਬਾਨੋਂ ਨਹੀਂ ਸੁਣਨਾ ਚਾਹੁੰਦੇ। ਅਸੀਂ ਉਹ ਸੁਣਨਾ ਚਾਹੁੰਦੇ ਹਾਂ ਕਿਸੇ ਦੇ ਮੁਖੋਂ ਜੋ ਸਾਡੇ ਦਿਲ ਦੀ ਖਵਾਹਿਸ਼ ਹੋਵੇ। ਇਹ ਤਰਾਸਦੀ ਕਹਿ ਸਕਦੇ ਹਾਂ ਸਮਾਜ। ਹੁਣ ਉਭਾਰੇ ਖਾਨ ਆਇਆ, ਉਹ ਵੀ ਚਾਹੁੰਦਾ ਹੈ, ਮਨ ਦੇ ਵਿੱਚ ਕਿਤੇ ਨਾ ਕਿਤੇ ਕੋਨੇ 'ਚ ਉਹਦੀ ਇੱਛਾ ਹੈ ਵੀ ਗੁਰੂ ਸਾਹਿਬ ਇਹ ਆਖਣ ਵੀ ਮੁਸਲਮਾਨਾਂ ਦਾ ਮਤ ਚੰਗਾ, ਕਿਉਂਕਿ ਉਹਦੇ ਕੰਨ ਇਹ ਸੁਣਨਾ ਚਾਹੁੰਦੇ ਸੀ। ਇਸ ਕਰਕੇ ਪੁੱਛ ਰਿਹਾ,
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਹਿੰਦੂਆਂ ਦਾ ਮਤ ਸ੍ਰੇਸ਼ਟ ਹੈ ਜਾਂ ਫਿਰ ਮੁਸਲਮਾਨਾਂ ਦਾ ਮਤ ਸ੍ਰੇਸ਼ਟ ਹੈ? ਉਚਰੋ ਤਪਾ ਭੇਦ ਨਿਜ ਉਰ ਕਾ। ਇਹ ਤਪਾ ਜੀ ਤੁਸੀਂ ਆਪਣੇ ਹਿਰਦੇ ਦਾ ਭੇਦ ਪ੍ਰਗਟ ਕਰਕੇ ਸਾਨੂੰ ਸਰਵਣ ਕਰਾਓ। ਸ਼੍ਰੀ ਗੁਰ ਭੰਨਿਓ ਪੱਖ ਜੇ ਦੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਉਬਾਰੇ ਖਾਨ ਜਿਹੜੇ ਇਹ ਦੋ ਪੱਖ ਹਨ, 4 ਦਿਵਸ ਕੇ ਜਾਨੋ ਸੋ। ਇਹ ਦੋਵੇਂ ਪੱਖ ਕੇਵਲ 4 ਦਿਨਾਂ ਦੇ ਨੇ, ਸदैवी ਨਹੀਂ ਹਨ। ਜਿਹੜੇ ਦੋ ਪੱਖ ਤੂੰ ਦੱਸਦਾ ਹਿੰਦੂਆਂ ਦਾ ਮਤ ਤੇ ਮੁਸਲਮਾਨਾਂ ਦਾ, ਇਹ ਤਾਂ ਕੇਵਲ 4 ਦਿਨਾਂ ਦਾ ਭੁਲੇਖਾ ਹੈ, 4 ਦਿਨਾਂ ਦਾ ਭਰਮ ਹੈ। ਦੇਹ ਮਿਰਤਕ ਮਾਟੀ ਰਲ ਜਾਏ। ਜਦੋਂ ਇਹ ਦੇਹ ਮਿਰਤਕ ਹੋਣੀ ਹੈ ਤੇ ਇਹਨੇ ਮਿੱਟੀ 'ਚ ਰਲ ਜਾਣਾ। ਜਦੋਂ ਇਹ ਦੇਹ ਮਿੱਟੀ 'ਚ ਰਲ ਗਈ, ਦੱਸ ਫਿਰ ਉਹ ਹਿੰਦੂ ਹੈ ਕਿ ਮੁਸਲਮਾਨ ਹੈ? ਫਿਰ ਤਾਂ ਨਹੀਂ ਨਾ ਉਹ ਦਾਵਾ, ਉਹ ਮੁਰਦਾ ਤਾਂ ਨਹੀਂ ਉੱਠ ਕੇ ਕਹਿੰਦਾ ਮੈਂ ਹਿੰਦੂ ਹਾਂ ਮੈਂ ਮੁਸਲਮਾਨ ਹਾਂ। ਉਹਨੂੰ ਕੋਈ ਦੱਬੇ ਤੇ ਭਾਵੇਂ ਕੋਈ ਸਾੜੇ। ਪਾਤਸ਼ਾਹ ਕਹਿੰਦੇ ਜਦੋਂ ਇਹ ਦੇਹ ਮਿਰਤਕ ਹੋਣੀ ਹੈ ਉਦੋਂ ਇਹਨੇ ਮਿੱਟੀ ਵਿੱਚ ਖਾਕ ਹੋ ਕੇ ਰਲ ਜਾਣਾ। ਮੂਰਖ ਬਾਦੇ ਜਨਮ ਗਵਾਏ। ਮੂਰਖ ਝੂਠਾ ਝਗੜਾ ਕਰਦਿਆਂ ਆਪਣਾ ਜਨਮ ਗਵਾ ਰਹੇ ਨੇ। ਅਸੀਂ ਵੱਡੇ, ਦੂਜੇ ਕਹਿੰਦੇ ਅਸੀਂ ਵੱਡੇ। ਖਾਲਸਾ ਜੀ, ਇਹ ਸਮਾਜ ਦੀ ਤਰਾਸਦੀ ਜੇ ਸੈਂਕੜੇ ਸਾਲ ਪਹਿਲਾਂ ਸੀ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਅੱਜ ਨਹੀਂ। ਅੱਜ ਵੀ ਵਰਤਾਰਾ ਕੁਝ ਉਸੇ ਤਰ੍ਹਾਂ ਦਾ ਹੀ ਵਰਤ ਰਿਹਾ। ਹਰ ਇੱਕ ਨੂੰ ਇਹੀ ਹੋੜ ਹੈ, ਇਹ ਸਾਡੀ ਜਗ੍ਹਾ, ਇਹ ਸਾਡੀ ਜਗ੍ਹਾ, ਇਹ ਸਾਡਾ ਥਾਂ, ਇਹ ਸਾਡਾ ਥਾਂ। ਰੱਬ ਦਾ ਥਾਂ ਕਿਹੜਾ ਭਾਈ? ਪਰਮੇਸ਼ਰ ਦਾ ਥਾਂ ਕਿਹੜਾ? ਜੇ ਬੰਦਗੀ ਕਰਨ ਵਾਲੇ ਨੇ ਕਿਸੇ ਕੋਈ ਧਰਮ ਸਥਾਨ ਬਣਾਇਆ, ਧਰਮ ਸਥਲ ਬਣਾਇਆ, ਤਾਂ ਉਸ ਧਰਮ ਸਥਲ ਦੇ ਉੱਤੇ ਬੰਦਗੀ ਹੋ ਰਹੀ ਹੈ ਤੇ ਫਿਰ ਭਾਈ ਕਿਸੇ ਪ੍ਰਕਾਰ ਨੂੰ ਕਿਸੇ ਨੂੰ ਕੀ ਆਪੱਤੀ ਹੈ? ਇਹ ਤਰਾਸਦੀ ਅੱਜ ਵੀ ਹੈ ਸਮਾਜ ਵਿੱਚ। ਅੱਜ ਵੀ ਇਹ ਬਿਰਤੀ ਜਿਹੜੀ ਹੈ ਉਹ ਉਪਜ ਰਹੀ ਹੈ ਸਮਾਜ ਦੇ ਵਿੱਚ ਕਿ ਅਸੀਂ ਇੱਕੋ ਧਰਮ ਜਾਂ ਇੱਕੋ ਮਤ ਦੇ ਨਾਂ ਦੇ ਉੱਤੇ ਸਾਰਾ ਜਿਹੜਾ ਹੈ ਆਪਣਾ ਦੇਸ਼ ਹੈ ਉਹਨੂੰ ਘੋਸ਼ਿਤ ਕਰਨਾ ਵੀ ਇੱਕੋ ਮਤ ਹੋਵੇਗਾ ਸਾਡਾ। ਭਾਈ ਪਰਮੇਸ਼ਰ ਦੇ ਜੀ ਨੇ ਸਾਰੇ, ਇਹ ਨਿਆਰੇ ਨਿਆਰੇ ਭੇਖ ਜਿੰਨੇ ਵੀ ਪ੍ਰਮਾਤਮਾ ਦੇ ਬਣਾਏ ਸਭ ਉਸ ਪ੍ਰਮਾਤਮਾ ਦੇ ਬੰਦੇ ਹਨ ਔਰ ਉਸ ਪ੍ਰਮਾਤਮਾ ਦੀ ਬਣਾਈ ਇਸ ਪ੍ਰਕਿਰਤੀ ਵਿੱਚ ਸਭ ਨੂੰ ਸਾਹ ਲੈਣ ਦਾ ਹੱਕ ਹੈ। ਐਸਾ ਨਹੀਂ ਕਿ ਇੱਕ ਵਿਸ਼ੇਸ਼ ਮਤ ਦਾ ਜਿਹਦਾ ਅੱਜ ਰਾਜ ਹੋ ਗਿਆ ਉਹ ਆਖੇ ਵੀ ਜਿਹੜੇ ਸਾਡੇ ਮਤ ਦੇ ਲੋਕ ਨੇ ਕੇਵਲ ਉਹੀ ਸਾਹ ਲੈਣ, ਬਾਕੀਆਂ ਦੇ ਗਲੇ ਘੋਟ ਕੇ ਉਹਨਾਂ ਨੂੰ ਫਾਹੇ ਟੰਗ ਕੇ ਮਾਰ ਦਿਓ। ਐਸਾ ਨਹੀਂ ਹੋਣਾ ਚਾਹੀਏ। ਇਹ ਗਲਤ ਦਿਸ਼ਾ ਦਾ ਸਮਾਜ ਹੈ। ਉਹ ਸਮਾਜ ਨਹੀਂ ਜਿਹੜਾ ਸਮਾਜ ਸਾਡਿਆਂ ਪੈਗੰਬਰਾਂ ਨੇ, ਅਵਤਾਰਾਂ ਨੇ, ਮਹਾਂਪੁਰਸ਼ਾਂ ਨੇ, ਰਿਸ਼ੀਆਂ ਮੁਨੀਆਂ ਨੇ, ਗੁਰੂ ਪੀਰਾਂ ਨੇ ਸਿਰਜਿਆ। ਇਹ ਉਹੋ ਜਿਹਾ ਸਮਾਜ ਨਹੀਂ ਹੈ। ਇਹ ਉਹ ਭ੍ਰਸ਼ਟਿਆ ਹੋਇਆ ਸਮਾਜ ਹੈ ਜਿਨ੍ਹਾਂ ਦੀ ਔਰੰਗਜ਼ੇਬ ਵਾਲੀ ਬਿਰਤੀ ਸੀ, ਜਿਹੜੇ ਚਾਹੁੰਦੇ ਸੀ ਅਸੀਂ ਇੱਕੋ ਹੀ ਮਜ਼ਹਬ ਬਣਾ ਦਈਏ। ਇਹ ਭ੍ਰਸ਼ਟੇ ਹੋਏ ਸਮਾਜ ਦੀ ਸਿਰਜਣਾ ਹੈ, ਨਾ ਕਿ ਸਹੀ ਸਮਾਜ ਦੀ ਦਸ਼ਾ ਹੈ। ਇਹ ਕਹਿਣ ਲੱਗਾ ਜੀ ਮਹਾਰਾਜ ਜੀ ਦੱਸੋ ਕੌਣ ਵੱਡਾ? ਪਾਤਸ਼ਾਹ ਕਹਿੰਦੇ ਤਾਂ 4 ਦਿਨਾਂ ਦੇ ਦਾਅਵੇ ਨੇ। ਜਦੋਂ ਮਿਰਤਕ ਹੋ ਗਏ ਤੇ ਮਿੱਟੀ 'ਚ ਖਾਕ ਵਿੱਚ ਰਲ ਜਾਣਾ ਹੈ। ਮੂਰਖ ਬਾਦੇ ਜਨਮ ਗਵਾਏ। ਮੂਰਖ ਲੋਕ ਹੁੰਦੇ ਨੇ ਜਿਹੜੇ ਝਗੜਾ ਕਰਦਿਆਂ ਆਪਣਾ ਜਨਮ ਗਵਾ ਦਿੰਦੇ ਹਨ। ਦੋਹਰਾ ਭੂਲੇ ਮਗ ਪਾਵੇ ਨਹੀਂ, ਜਾਏ ਨਿਰੇ ਪਦ ਸੋਏ। ਜਿਹੜੇ ਆਪਣੇ ਮਾਰਗ ਤੋਂ ਭੁੱਲੇ ਹੋਏ ਨੇ, ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੂੰ ਕਿਤੇ ਵੀ ਪਰਮਾਰਥ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ ਔਰ ਉਹ ਲੋਕ ਨਰਕਗਾਮੀ ਹੋ ਕੇ ਨਰਕਾਂ 'ਚ ਜਾਂਦੇ ਹਨ। ਸੁਖ ਪ੍ਰਾਪਤ ਤਿਨ ਹੋਤ ਹੈ, ਮਾਨ ਧਿਆਇਸ ਜੋਏ। ਉਬਾਰੇ ਖਾਨ ਸੁਖ ਉਹਨਾਂ ਨੂੰ ਮਿਲਦਾ ਹੈ ਜਿਹੜੇ ਉਸ ਪਰਮੇਸ਼ਰ ਦੀ ਰਜ਼ਾ ਨੂੰ ਸੱਤ ਕਰਕੇ, ਉਹਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਰਤਦੇ ਹਨ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਚੌਪਈ ਪ੍ਰੇਮ ਭਗਤ ਕੀਰਤ ਗੁਣ ਗਾਵਤ। ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਰੱਬ ਦੇ ਪਿਆਰੇ ਪਰਮੇਸ਼ਰ ਦੀ ਕੀਰਤੀ ਕਰਦੇ ਨੇ ਔਰ ਅਕਾਲ ਪੁਰਖ ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ ਹਨ। ਸੋ ਜਗ ਮੈਨੇ ਆਵਤ ਜਾਵਤ। ਉਹ ਇਸ ਜਗਤ ਵਿੱਚ ਨਾ ਆਉਂਦੇ ਹਨ ਨਾ ਜਾਵਤ ਜਾਂਦੇ ਹਨ।
ਉਹ ਜਨਮ ਤੇ ਮਰਨ ਦੋਨਾਂ ਤੋਂ ਰਹਿਤ ਹੋ ਜਾਂਦੇ ਹਨ। ਬੰਦਾ ਹੋਏ ਬੰਦਗੀ ਕਰੈ, ਜਿਹੜਾ ਪਰਮੇਸ਼ਰ ਦਾ ਬੰਦਾ ਬਣ ਕੇ ਉਹਦੀ ਬੰਦਗੀ ਕਰਦਾ, ਅਸਲ ਵਿੱਚ ਬੰਦਾ ਹੈ ਹੀ ਉਹ ਜਿਹੜਾ ਉਹਦੀ ਬੰਦਗੀ ਕਰੇ। ਬੰਦਾ ਬਣਾਇਆ ਹੀ ਪਰਮੇਸ਼ਰ ਨੇ ਆਪਣੀ ਬੰਦਗੀ ਵਾਸਤੇ। ਬੰਦੇ ਬੰਦਗੀ ਇਖਤਿਆਰ, ਪਰਮੇਸ਼ਰ ਦੀ ਬੰਦਗੀ ਨੂੰ ਗ੍ਰਹਿਣ ਕਰਨ ਵਾਲਾ ਹੀ ਬੰਦਾ ਹੈ। ਕਰੇ ਭੂਖਨ ਨਾਮ ਕੰਠ ਮੈਂ ਧਰੇ, ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਉਹਨੂੰ ਗਹਿਣਾ ਬਣਾ ਕੇ ਆਪਣੇ ਕੰਠ ਵਿੱਚ ਧਾਰਨ ਕਰੇ। ਜਿਵੇਂ ਗਲ ਦੇ ਗਹਿਣੇ ਹੁੰਦੇ ਆ ਨਾ, ਗਲਾਂ ਵਿੱਚ ਕੈਂਠੇ ਪਾਏ ਜਾਂਦੇ ਨੇ, ਗਲਾਂ ਵਿੱਚ ਹਾਰ ਪਾਏ ਜਾਂਦੇ ਨੇ, ਗਲਾਂ ਵਿੱਚ ਸੋਨੇ ਦੇ ਬਣਾ ਕੇ ਕੜੇ ਵੀ ਪਏ ਹੈ, ਉਹ ਗਲ ਦਾ ਹਾਰ ਕਹੇ ਜਾਂਦੇ ਨੇ, ਗਲ ਦਾ ਸ਼ਿੰਗਾਰ ਕਹੇ ਜਾਂਦੇ। ਪਾਤਸ਼ਾਹ ਕਹਿੰਦੇ ਗਲ ਦਾ ਸਭ ਤੋਂ ਵੱਡਾ ਗਹਿਣਾ ਹੈ, ਉਹ ਹੈ ਪਰਮੇਸ਼ਰ ਦਾ ਅੰਮ੍ਰਿਤ ਨਾਮ। ਰਾਮ ਨਾਮ ਗਲ ਹਾਰ। ਪਾਤਸ਼ਾਹ ਕਹਿੰਦੇ ਰਾਮ ਦੇ ਨਾਮ ਦਾ ਜਿਹੜਾ ਹਾਰ ਹੈ, ਉਹ ਆਪਣੇ ਗਲ ਦੇ ਵਿੱਚ ਧਾਰਨ ਕਰ। ਇਹ ਇਹੋ ਜਿਹਾ ਗਹਿਣਾ ਹੈ ਜਿਸ ਨੂੰ ਕੰਠ ਵਿੱਚ ਧਾਰਨ ਕੀਤਿਆਂ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਸੋਭਾ ਹੁੰਦੀ ਹੈ। ਗੁਰੂ ਖਾਲਸਾ ਜੀ, ਕੰਠ ਵਿੱਚ ਗਹਿਣਾ ਕਿਵੇਂ ਧਾਰਨ ਕਰੀਦਾ? ਜਦੋਂ ਅਸੀਂ ਆਪਣੇ ਕੰਠ ਵਿੱਚੋਂ ਆਰਾਧਦੇ ਹਾਂ ਵਾਹਿਗੁਰੂ ਵਾਹਿਗੁਰੂ, ਕੰਠ ਵਿੱਚੋਂ ਜਦੋਂ ਇਹ ਸ਼ਬਦ ਉਪਜਦਾ ਹੈ ਤਾਂ ਇਹੀ ਗਹਿਣਾ ਬਣ ਕੇ ਸਾਡੇ ਕੰਠ ਦਾ ਹਾਰ ਬਣਦਾ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਭੂਖਨ ਨਾਮ ਕੰਠ ਮੈਂ ਧਰੈ। ਜਿਹੜਾ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਗਹਿਣੇ ਨੂੰ ਆਪਣੇ ਕੰਠ ਵਿੱਚ, ਆਪਣੇ ਗਲ ਵਿੱਚ ਧਾਰਦਾ ਹੈ। ਬੁਜਰਕ ਸੰਗਤ ਸਮਾਂ ਬਿਤਾਵੇ, ਔਰ ਬਜ਼ੁਰਗਾਂ ਦੀ ਸੰਗਤ ਕਰਕੇ ਸਮਾਂ ਬਤੀਤ ਕਰਦਾ ਹੈ। ਬਜ਼ੁਰਗਾਂ ਦਾ ਮਤਲਬ ਵੱਡੇ ਨਾਮ ਜਪਣ ਵਾਲੇ ਗੁਰਮੁਖ ਗੁਰਸਿੱਖ, ਉਹਨਾਂ ਦੀ ਸੰਗਤ ਕਰਦਿਆਂ ਜਿਹੜਾ ਸਮਾਂ ਬਿਤਾਉਂਦਾ ਹੈ। ਦਿਲ ਤੇ ਦਾਵਾ ਦੂਰ ਗਵਾਵੇ, ਔਰ ਆਪਣੇ ਦਿਲ ਤੋਂ ਦਾਵਾ ਦੂਰ ਕਰੇ ਵੀ ਇਹ ਮੁਸਲਮਾਨ ਮਾੜੇ ਆ, ਇਹ ਹਿੰਦੂ ਮਾੜੇ ਆ, ਜਾਂ ਫਲਾਣੇ ਮਾੜੇ ਆ, ਅਸੀਂ ਚੰਗੇ ਆ। ਇਹ ਦਾਵੇ ਦੀ ਬਿਰਤੀ ਨੂੰ ਆਪਣੇ ਹਿਰਦੇ ਚੋਂ ਤਿਆਗ ਦੇਵੇ। ਸਿਰਜੇ ਇੱਕ ਸਮ ਸਿਰਜਨਹਾਰ, ਸਮਾਨ ਬਿਰਤੀ ਬਣਾਵੇ ਕਿ ਸਿਰਜਣਹਾਰ ਪ੍ਰਮਾਤਮਾ ਨੇ ਸਾਰਿਆਂ ਨੂੰ ਇੱਕ ਸਮਾਨ ਹੀ ਸਿਰਜਿਆ। ਚਾਹੇ ਹਿੰਦੂ ਨੇ, ਮੁਸਲਮਾਨ ਨੇ, ਯਹੂਦੀ ਨੇ, ਪਾਰਸੀ ਨੇ, ਇਹ ਸਾਰੇ ਪਰਮੇਸ਼ਰ ਦੇ ਸਿਰਜੇ ਹੋਏ ਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹਨਾਂ ਦਾ ਸਿਰਜਣਹਾਰ ਹੈ। ਉਸੇ ਨੇ ਇੱਕ ਸਮਾਨ ਸਾਰਿਆਂ ਨੂੰ ਸਿਰਜਿਆ ਹੈ। ਬਾਂਦੇ ਦਾਵੇ ਕੂਰ ਗਵਾਰੂ, ਔਰ ਇਹ ਜਿਹੜੇ ਦਾਵੇ ਬੰਨਣੇ, ਇਹ ਝੂਠੇ ਤੇ ਗਵਾਰ ਪੁਰਸ਼ਾਂ ਦੀ ਨਿਸ਼ਾਨੀ ਹੈ। ਝੂਠੇ ਤੇ ਗਵਾਰ ਲੋਕ ਇਹ ਝੂਠੇ ਦਾਵੇ ਬੰਨਦੇ ਹਨ। ਕਰਤ ਬਾਦ ਦੋ ਖਪ ਜਾਏ, ਔਰ ਬਾਦ ਕਰਦਿਆਂ, ਝਗੜਾ ਕਰਦਿਆਂ ਦੋਵੇਂ ਖਪ ਕੇ ਮਰ ਜਾਂਦੇ ਹਨ। ਬਿਨ ਮਗ ਪਾਏ ਨਰਕ ਸਿਧਾਏ, ਬਿਨਾਂ ਮਾਰਗ ਦੀ ਪ੍ਰਾਪਤੀ ਕੀਤਿਆਂ ਇਹੋ ਜਿਹੇ ਲੋਕ ਫਿਰ ਨਰਕਾਂ ਨੂੰ ਜਾਂਦੇ ਹਨ, ਉਹ ਨਰਕਗਾਮੀ ਹੁੰਦੇ ਹਨ। ਭਰਮੇ ਭੂਲੇ ਆਵੇ ਜਾਈ, ਭਰਮ ਦੇ ਵਿੱਚ ਭੁੱਲੇ ਹੋਏ ਆਉਂਦੇ ਨੇ, ਜਾਂਦੇ ਨੇ, ਜੰਮਦੇ ਨੇ, ਮਰਦੇ ਹਨ। ਸਤਿਗੁਰ ਮਿਲੈ ਤਾਂ ਦੇਹ ਬਤਾਈ, ਹਾਂ, ਜੇ ਇਹੋ ਜਿਹਾ ਭੁੱਲਿਆਂ ਭਟਕਿਆ ਹੋਇਆਂ ਨੂੰ ਸਤਿਗੁਰੂ ਜੀ ਮਿਲਣ ਤਾਂ ਫਿਰ ਭੁੱਲਿਆਂ ਨੂੰ ਮਾਰਗ ਪਾਉਂਦੇ ਹਨ। ਸਤਿਗੁਰਾਂ ਦਾ ਬਿਰਦ ਹੈ ਭੁੱਲੇ ਹੋਏ ਨੂੰ, ਭਟਕੇ ਹੋਏ ਨੂੰ ਮਾਰਗ ਪਾਣਾ। ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਤਿਗੁਰਾਂ ਦਾ ਧਰਮ ਹੈ ਭੁੱਲਿਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ ਮਾਰਗ ਪਾਉਣਾ। ਦੋਹਰਾ ਸੁਨਤ ਉਬਾਰੇ ਖਾਨ ਕੋ, ਪ੍ਰੇਮ ਪਇਓ ਮਨ ਆਏ। ਜਦੋਂ ਉਬਾਰੇ ਖਾਨ ਨੇ ਸਤਿਗੁਰਾਂ ਦੇ ਬਚਨ ਸੁਣੇ, ਖਾਲਸਾ ਜੀ ਗੁਰੂ ਬਚਨਾਂ ਵਿੱਚ ਇਹੋ ਜੀ ਬਰਕਤ, ਜਿਹਦੇ ਬਾਬਤ ਸਤਿਗੁਰੂ ਜੀ ਜਿਹੜਾ ਬਚਨ ਬੋਲਦੇ ਇਹੋ ਜਿਹਾ ਪ੍ਰਭਾਵ ਪਾਉਂਦਾ ਕਿ ਨਾਲ ਹੀ ਉਹਦੀ ਸੁਰਤ ਗੁਰ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ। ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਵਿੱਚ ਇਹੋ ਜੀ ਕਲਾ ਹੈ ਗੁਰੂ ਖਾਲਸਾ ਜੀ। ਗੁਰੂ ਦੀ ਕਲਾ ਗੁਰੂ ਦੇ ਬਚਨਾਂ ਵਿੱਚ ਹੁੰਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਦੀ ਬਾਣੀ ਵਿੱਚ ਗੁਰੂ ਸਾਹਿਬ ਦੀ ਕਲਾ ਹੈ। ਕਿਸੇ ਵੀ ਮਹਾਤਮਾ ਦੀ ਸ਼ਕਤੀ ਉਹਦੇ ਬਚਨਾਂ ਵਿੱਚ ਹੁੰਦੀ ਹੈ।
ਜਿਹੜਾ ਉਹ ਬਚਨ ਕਰਦਾ ਪੂਰਾ ਹੁੰਦਾ। ਨਾਨਕ ਦਾਸ ਮੁਖ ਤੇਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਉਹਦੇ ਬਚਨਾਂ ਵਿੱਚ ਸ਼ਕਤੀ ਹੁੰਦੀ ਆ ਉਹਦੀ, ਕਿਉਂਕਿ ਜਿਹੜੇ ਉਹ ਬਚਨ ਬੋਲਦਾ ਉਹਨਾਂ ਦੀ ਚੇਤਨਾ, ਉਹਨਾਂ ਦੀ ਸ਼ਕਤੀ ਜਾਗ ਜਾਂਦੀ ਹੈ। ਸ਼ਬਦਾਂ ਵਿੱਚ ਸ਼ਕਤੀ ਹੁੰਦੀ ਹੈ, ਇੱਕ ਹੁੰਦੀ ਹੈ ਸ਼ਬਦਾਂ ਦੀ ਸ਼ਕਤੀ ਬਿਰਤੀ। ਸ਼ਬਦ ਦੀ ਸ਼ਕਤੀ ਬਿਰਤੀ ਨਾਲ ਸਾਨੂੰ ਜਿਸ ਸਬੰਧ ਵਿੱਚ ਸ਼ਬਦ ਕਿਹਾ ਜਾਂਦਾ ਉਹਦਾ ਗਿਆਨ ਹੁੰਦਾ। ਜਿਵੇਂ ਸੱਪ ਕਹਿਣ ਨਾਲ, ਇੱਕਦਮ ਮੈਂ ਹੁਣ ਸੱਪ ਬੋਲਿਆ, ਤੁਹਾਡੀਆਂ ਸਾਰਿਆਂ ਦੀ ਦ੍ਰਿਸ਼ਟੀ ਵਿੱਚ ਧਿਆਨ 'ਚ ਸੱਪ ਦੀ ਰੂਪ ਰੇਖਾ ਆ ਗਈ। ਸੱਪ ਕਹਿੰਦੇ ਆ, ਸੱਪ ਦਾ ਗਿਆਨ, ਇਹਨੂੰ ਸੱਪ, ਇਹ ਸ਼ਕਤੀ ਬਿਰਤੀ ਹੈ ਸ਼ਬਦ ਦੀ, ਕਿ ਘੜਾ ਕਹਿੰਦੇ ਆ, ਘੜੇ ਦਾ ਗਿਆਨ ਹੋ ਜਾਣਾ। ਇਹ ਸ਼ਕਤੀ ਬਿਰਤੀ ਹੁੰਦੀ, ਸ਼ਬਦਾਂ ਵਿੱਚ ਸ਼ਕਤੀ ਬਿਰਤੀ ਹੈ। ਦੂਸਰੀ ਸ਼ਬਦਾਂ ਦੀ ਹੁੰਦੀ ਹੈ ਸ਼ਕਤੀ, ਜਿਹਨੂੰ ਚੇਤਨਾ ਸ਼ਕਤੀ ਕਹਿੰਦੇ ਆ। ਉਹ ਸ਼ਬਦ ਦੀ ਚੇਤਨਾ ਸ਼ਕਤੀ ਉਦੋਂ ਜਾਗਦੀ ਹੈ ਜਦੋਂ ਕਿਸੇ ਸਾਧਕ ਦੀ ਆਪਣੀ ਚੇਤਨਾ ਜਾਗੀ ਹੋਵੇ। ਜਦੋਂ ਉਹਦੀ ਚੇਤਨਾ ਜਾਗੀ ਹੁੰਦੀ, ਫਿਰ ਉਹਦੀ ਰਸਨਾ ਤੋਂ ਕਿਹਾ ਹੋਇਆ ਬੋਲ, ਕਿਹਾ ਹੋਇਆ ਵਾਕ ਸੱਤ ਹੋ ਜਾਂਦਾ ਹੈ। ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋਵੰਦੇ, ਉਹਦਾ ਉਹ ਬਚਨ ਸੱਤ ਹੋ ਜਾਂਦਾ ਹੈ। ਸਤਿਗੁਰੂ ਜੀ ਆਪ ਪਰਮੇਸ਼ਵਰ ਨੇ, ਗੁਰੂ ਸਾਹਿਬ ਦੇ ਕਹੇ ਗਏ ਵਾਕ ਸੱਤ ਨੇ, ਉਹਨਾਂ ਵਿੱਚ ਸ਼ਕਤੀ ਹੈ, ਚੇਤਨਾ ਹੈ। ਇਸ ਕਰਕੇ ਅੱਜ ਵੀ ਅਸੀਂ ਗੁਰਦੇਵ ਦੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ, ਸੁਣਦੇ ਹਾਂ, ਗਾਉਂਦੇ ਹਾਂ, ਤਾਂ ਸਾਡੇ ਦਿਲਾਂ ਤੇ ਸਤਿਗੁਰਾਂ ਦੇ ਬਚਨਾਂ ਦਾ ਪ੍ਰਭਾਵ ਪੈਂਦਾ ਹੈ। ਕਿਉਂਕਿ ਇਹਦੇ ਵਿੱਚ ਗੁਰੂ ਸਾਹਿਬ ਜੀ ਦੀ ਚੇਤਨਾ, ਗੁਰੂ ਸਾਹਿਬ ਜੀ ਦੀ ਕਲਾ ਹੈ। ਸ਼ਬਦ ਬ੍ਰਹਮ ਰੂਪ ਹੀ ਹੁੰਦਾ ਗੁਰੂ ਖਾਲਸਾ ਜੀ, ਸ਼ਬਦ ਵਿੱਚ ਔਰ ਬ੍ਰਹਮ ਵਿੱਚ ਕੋਈ ਭੇਦ ਨਹੀਂ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕਹੇ, ਉਬਾਰੇ ਖਾਨ ਦੇ ਮਨ ਵਿੱਚ ਇੱਕਦਮ ਪ੍ਰੇਮ ਜਾਗ ਪਿਆ, ਹਿਰਦਾ ਪ੍ਰੇਮ ਨਾਲ ਭਰ ਗਿਆ। ਕਹੇ ਤਪਾ ਜੀ ਚਰਨ ਨਿਜ, ਮੋਕੋ ਦਰਸ ਦਿਖਾਈ। ਪ੍ਰੇਮ ਸਹਿਤ ਹਿਰਦੇ ਵਿੱਚ ਪ੍ਰੇਮ ਭਰ ਕੇ ਬੋਲਿਆ, ਤਪਾ ਜੀ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਦਰਸ਼ਨ ਕਰਾਓ। ਮਹਾਰਾਜ ਆਪਣੇ ਚਰਨਾਂ ਦੇ ਦਰਸ਼ਨ ਮੈਨੂੰ ਬਖਸ਼ਿਸ਼ ਕਰੋ। ਜੋ ਪਈ ਜੈਸਾ ਸ਼ਰਵਨ ਸੁਨਿਓ ਮੈਂ ਤੁਮਕੋ। ਮਹਾਰਾਜ ਜੀ ਜਿਵੇਂ ਮੈਂ ਆਪਣੇ ਕੰਨੀ ਤੁਹਾਡੇ ਬਾਰੇ ਸੁਣਿਆ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਜਿਵੇਂ ਸੁਣਿਆ ਸੀ ਮਹਾਰਾਜ ਆਪਣੇ ਕੰਨੀ, ਤੈਸੀ ਦਰਸ ਭਇਓ ਬਿਨ ਗਮ ਕੋ। ਮਹਾਰਾਜ ਤੈਸੇ ਹੀ ਖੇੜੇ ਵਾਲੇ ਦਰਸ਼ਨ ਹੋਏ ਨੇ ਤੁਹਾਡੇ, ਜਿੱਥੇ ਕੋਈ ਗਮ ਨਹੀਂ। ਬਿਨਾਂ ਗਮ ਤੋਂ ਖੇੜੇ ਵਾਲੇ, ਵਿਗਾਸ ਵਾਲੇ ਦਰਸ਼ਨ ਆਪ ਜੀ ਦੇ ਤੈਸੇ ਹੀ ਹੋਏ ਨੇ ਜਿਵੇਂ ਸੁਣੇ ਸਨ। ਮੋਰ ਮਨੋਰਥ ਪੂਰੋ ਸੁਆਮੀ। ਹੇ ਜਗਤ ਸੁਆਮੀ, ਕਿਰਪਾ ਕਰਕੇ ਮੇਰਾ ਮਨੋਰਥ ਪੂਰਾ ਕਰੋ, ਮੇਰੇ ਮਨ ਦੀ ਕਾਮਨਾ ਪੂਰਨ ਕਰੋ। ਕਰੋ ਕਿਰਤਾਰ ਤੇ ਅੰਤਰਜਾਮੀ। ਹੇ ਅੰਤਰਜਾਮੀ, ਹੇ ਦਇਆ ਨਿਧ ਸੁਆਮੀ, ਮੇਰਾ ਮਨੋਰਥ ਪੂਰਨ ਕਰੋ, ਮੈਨੂੰ ਕਿਰਤਾਰਥ ਕਰ ਦਿਓ। ਮਹਾਰਾਜ ਮੇਰੀ ਇਹ ਜ਼ਿੰਦਗੀ, ਮੇਰਾ ਇਹ ਜੀਵਨ ਸਫਲ ਹੋ ਜਾਵੇ, ਐਸਾ ਮਨੋਰਥ ਹੈ ਮੇਰੇ ਹਿਰਦੇ ਵਿੱਚ। ਆਪ ਜੀ ਮੇਰੇ ਮਨ ਦਾ ਇਹ ਮਨੋਰਥ ਪੂਰਨ ਕਰਕੇ ਮੈਨੂੰ ਕਿਰਤਾਰਥ ਕਰ ਦਿਓ। ਆਸਨ ਕਰ ਅਸੀਨ ਸ਼੍ਰੀ ਨਾਨਕ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਆਪਣੇ ਆਸਣ ਤੇ ਅਡੋਲ ਬੈਠੇ ਹਨ। ਸਭ ਸਰੀਰ ਪਰ ਵਸਤਰ ਸੁਤਾਨਕ। ਪਾਤਸ਼ਾਹ ਨੇ ਇੱਕ ਚਾਦਰਾ ਸੀ ਤੇ ਚਾਦਰੇ ਨਾਲ ਬੁੱਕਲ ਮਾਰੀ ਹੋਈ ਸੀ। ਪਾਤਸ਼ਾਹ ਨੇ ਚਾਦਰਾ ਮਹਾਰਾਜ ਜੀ ਰੱਖਦੇ, ਇੱਕ ਚਾਦਰਾ ਤੇੜ, ਇੱਕ ਚਾਦਰੇ ਦੀ ਬੁੱਕਲ ਲੈ ਲੈਂਦੇ। ਤੋ ਪਾਤਸ਼ਾਹ ਨੇ ਇੱਕ ਚਾਦਰਾ ਸੀ, ਉਹਦੇ ਵਿੱਚ ਆਪਣਾ ਸਾਰਾ ਸਰੀਰ ਲਪੇਟਿਆ, ਜਿਵੇਂ ਬੁੱਕਲ ਮਾਰ ਕੇ ਬੈਠੀ ਦਾ, ਇਉਂ ਬੈਠੇ ਸਨ। ਸੁਨੀ ਬਿਨੇ ਕਰੁਣਾ ਨਿਧ ਜਬਈ। ਜਦੋਂ ਉਬਾਰੇ ਖਾਨ ਨੇ ਕਿਹਾ ਨਾ, ਮੈਨੂੰ ਆਪਣੇ ਚਰਨਾਂ ਦੇ ਦਰਸ਼ਨ ਦਿਓ। ਮਹਾਰਾਜ ਜੀ ਦੇ ਚਰਨ ਉਦੋਂ ਚਾਦਰੇ ਦੇ ਵਿੱਚ ਸਨ, ਬੁੱਕਲ 'ਚ। ਉਬਾਰੇ ਖਾਨ ਦੀ ਬੇਨਤੀ ਜਦੋਂ ਗਰੀਬ ਨਵਾਜ ਸਾਹਿਬ ਨੇ ਸੁਣੀ, ਨਿਜ ਪਗ ਬਹਿਰ ਨਿਕਾਸੋ ਤਬਈ। ਪਾਤਸ਼ਾਹ ਨੇ ਚਾਦਰੇ ਦੇ ਵਿੱਚੋਂ ਆਪਣੇ ਚਰਨ ਬਾਹਰ ਕੱਢੇ ਹਨ। ਆਹਾ, ਐਸੇ ਚਰਨ ਜਿਨ੍ਹਾਂ ਚਰਨਾਂ ਨੂੰ ਵੇਖ ਕੇ ਦੁਨੀਆ ਦੀਆਂ ਸਮਸਤ ਸ਼ਕਤੀਆਂ, ਚਾਹੇ ਉਹ ਦੇਵ ਨੇ ਚਾਹੇ ਉਹ ਦਾਨਵ ਨੇ, ਮਹਾਰਾਜ ਜੀ ਦੇ ਚਰਨਾਂ ਤੇ ਝੁਕ ਜਾਂਦੀਆਂ ਹਨ। ਐਸੇ ਸੋਹਣੇ ਜਿਹੇ ਚਰਨ ਗੁਰਦੇਵ ਜੀ ਨੇ ਚਾਦਰੇ ਚੋਂ ਬਾਹਰ ਕੱਢੇ ਹਨ। ਜਿਨ ਕੋ ਮੁਨ ਜਨ
ਧਿਆਨ ਤਰਤੈ। ਐਸੇ ਚਰਨ ਜਿਨ੍ਹਾਂ ਦਾ ਧਿਆਨ ਮੁਨੀ ਜਨ ਰਿਸ਼ੀ ਆਪਣੇ ਧਿਆਨ ਵਿੱਚ ਧਾਰਦੇ ਹਨ, ਔਰ ਉਹਨਾਂ ਨੂੰ ਵੀ ਮਹਾਰਾਜ ਜੀ ਦੇ ਐਸੇ ਚਰਨ ਦੁਰਲਭ ਹਨ। ਸੁਰ ਸੁਰਿੰਦ ਜੈ ਨਮੋ ਕਰਤੈ। ਐਸੇ ਸੋਹਣੇ ਚਰਨ ਜਿਨ੍ਹਾਂ ਨੂੰ ਦੇਵਤੇ ਤੇ ਦੇਵਤਿਆਂ ਦਾ ਰਾਜਾ ਇੰਦਰ ਵੀ ਆ ਕੇ ਸੀਸ ਝੁਕਾ ਕੇ ਸਜਦਾ ਕਰਦਾ ਹੈ, ਨਮਸਕਾਰ ਕਰਦਾ ਹੈ। ਸਿੱਖ ਸੇਵਕ ਜੈ ਅਨ ਕੇ ਉਧਾਰੇ। ਐਸੇ ਸੋਹਣੇ ਚਰਨ ਜਿਨ੍ਹਾਂ ਚਰਨਾਂ ਨੇ ਅਨੇਕਾਂ ਸਿੱਖ ਸੇਵਕਾਂ ਨੂੰ ਇਹ ਸੰਸਾਰ ਤੋਂ ਉਧਾਰਿਆ। ਅਨੇਕਾਂ ਹੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਾਰਿਆ, ਉਹ ਇਹ ਸੰਸਾਰ ਤੋਂ ਮੁਕਤ ਹੋ ਗਏ। ਜਿਨ੍ਹਾਂ ਤੋਹੇ ਧਿਆਇਓ ਤਿਨ੍ਹਾਂ ਪੂਰਨ ਪ੍ਰਤਾਪ ਪਾਇਓ। ਉਹ ਸਤਿਗੁਰੂ ਜੀ ਦੀ ਦਇਆ ਦੇ ਪਾਤਰ ਬਣ ਕੇ ਸੰਸਾਰ ਤੋਂ ਤਰ ਗਏ। ਐਸੇ ਚਰਨ ਜਿਨ੍ਹਾਂ ਚਰਨਾਂ ਨੇ ਅਨੇਕਾਂ ਸਿੱਖਾਂ ਸੇਵਕਾਂ ਨੂੰ ਤਾਰਿਆ ਹੈ। ਕਵ ਤਿਨ ਪਰ ਜਾਵਤ ਬਲਿਹਾਰੇ। ਇਹੋ ਜਿਹੇ ਸੋਹਣੇ ਚਰਨ ਵੇਖੀਏ ਤੇ ਮਹਾਕਵੀ ਜੀ ਪਿੱਛੇ ਕਿਵੇਂ ਰਹਿ ਜਾਣ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਦੋਂ ਮੈਂ ਇਹੋ ਜਿਹੇ ਚਰਨ ਵੇਖੇ ਤੇ ਵੇਖਦਿਆਂ ਮੈਂ ਮਹਾਰਾਜ ਜੀ ਦੇ ਐਸੇ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ ਗੁਰਦੇਵ ਦੇ ਪਵਿੱਤਰ ਤੇ ਸੋਹਣੇ ਚਰਨਾਂ ਤੋਂ। ਦੋਹਰਾ ਮਗਨ ਪ੍ਰੇਮ ਮੈਂ ਹੋਏ ਕਰ ਤਬੇ ਉਬਾਰੇ ਖਾਨ। ਸਤਿਗੁਰੂ ਜੀ ਦੇ ਸੁੰਦਰ ਚਰਨ ਵੇਖ ਕੇ ਉਬਾਰੇ ਖਾਨ ਸਤਿਗੁਰਾਂ ਦੇ ਪ੍ਰੇਮ ਦੇ ਰੰਗ ਵਿੱਚ ਮਗਨ ਹੋ ਗਿਆ, ਔਰ ਸਤਿਗੁਰਾਂ ਦੇ ਪਰਮ ਪ੍ਰੇਮ ਚ ਮਗਨ ਹੋ ਕੇ ਸਿਰ ਧਰ ਜਾਣਿਓ ਸਫਲ ਨਿਜ ਚਰਨ ਗਏ ਨਿਜ ਪਾਨ। ਮਹਾਰਾਜ ਜੀ ਦੇ ਪਾਵਨ ਸੋਹਣਿਆਂ ਜਿਹਾਂ ਚਰਨ ਕਮਲਾਂ ਤੇ ਸਿਰ ਧਰ ਕੇ ਨਮਸਕਾਰ ਕੀਤੀ, ਵੰਦਨਾ ਕੀਤੀ ਹੈ, ਬਾਰੰਬਾਰ ਪ੍ਰਣਾਮ ਕੀਤੀ ਹੈ। ਚੋਪਈ ਲੋਚਨ ਮੁਖ ਪਰ ਨਿਜ ਕਰ ਦੋ। ਮਹਾਰਾਜ ਜੀ ਦੇ ਚਰਨਾਂ ਨੂੰ ਹੱਥਾਂ ਨਾਲ ਸਪਰਸ਼ ਕਰਦਾ ਉਬਾਰੇ ਖਾਨ, ਤੇ ਚਰਨਾਂ ਨੂੰ ਛੂਹ ਕੇ ਮਹਾਰਾਜ ਜੀ ਦੇ ਚਰਨਾਂ ਨੂੰ ਆਪਣੇ ਹੱਥਾਂ ਨਾਲ ਫਿਰ ਉਹ ਹੱਥ ਆਪਣੀਆਂ ਅੱਖਾਂ ਤੇ ਫੇਰਦਾ, ਆਪਣੇ ਮੁਖ ਤੇ ਫੇਰਦਾ, ਆਪਣੇ ਮਸਤਕ ਤੇ ਫੇਰਦਾ, ਕਿਉਂਕਿ ਮੁਸਲਮਾਨ ਫਕੀਰ ਏਦਾਂ ਹੀ ਕਰਦੇ ਹਨ। ਉਹ ਆਪਣੇ ਬੰਦਗੀ ਕਰਨ ਤੋਂ ਬਾਅਦ ਹੱਥ ਜਿਹੜੇ ਨੇ ਆਪਣੇ ਚਿਹਰੇ ਤੇ ਫੇਰਦੇ ਹਨ। ਇਹਨੇ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਆਪਣੇ ਮੱਥੇ ਤੇ ਅੱਖਾਂ ਤੇ ਮੁਖ ਤੇ ਹੱਥ ਫੇਰੇ ਹਨ। ਫੇਰਤ ਪਾਰਕਤ ਉਰਸੋ। ਬੜਾ ਖੁਸ਼ ਹੋਇਆ, ਬੜਾ ਆਨੰਦ ਹੋਇਆ ਹਿਰਦੇ ਵਿੱਚ ਜਦੋਂ ਹੱਥ ਮੂੰਹ ਤੇ ਫੇਰਦਾ ਹੈ। ਬਾਰ ਬਾਰ ਜੁਗ ਚੂਮਨ ਕਰਈ। ਫਿਰ ਮਹਾਰਾਜ ਜੀ ਦੇ ਚਰਨ ਚੁੰਮਦਾ ਹੈ ਉਬਾਰੇ ਖਾਨ। ਬਾਰ ਬਾਰ, ਇੱਕ ਵਾਰ ਨਹੀਂ, ਬਾਰ ਬਾਰ ਸਾਹਿਬ ਦੇ ਪਾਵਨ ਚਰਨਾਂ ਨੂੰ ਚੁੰਮਦਾ ਹੈ। ਮਾਨੋ ਮਹਾਮੋਹ ਕੋ ਦਰਈ। ਮਾਨੋ ਆਪਣੇ ਹਿਰਦੇ ਦੇ ਮਹਾਮੋਹ ਤੇ ਮਮਤਾ ਦੀ ਬਿਰਤੀ ਨੂੰ ਦਲ ਮਲ ਰਿਹਾ। ਚਰਨ ਨਹੀਂ ਸਪਰਸ਼ ਕਰ ਰਿਹਾ, ਮਾਨੋ ਆਪਣੇ ਹਿਰਦੇ ਦੇ ਮੋਹ ਨੂੰ ਦਲ ਰਿਹਾ ਹੈ। ਨਿਜ ਸਰੂਪ ਕੀ ਲਖਤਾ ਸੋ ਹੋਈ। ਜਦੋਂ ਮਹਾਰਾਜ ਜੀ ਦੇ ਚਰਨ ਚੁੰਮੇ ਹਨ ਉਬਾਰੇ ਖਾਨ ਨੇ, ਆਪਣੇ ਨਿਜ ਸਰੂਪ ਦੀ ਲਖਤਾ ਹੋ ਗਈ, ਬੋਧ ਹੋ ਗਿਆ ਆਪਣੇ ਸਰੂਪ ਦਾ, ਜਿਸ ਨੂੰ ਵੇਖ ਕੇ ਪਤਾ ਲੱਗਾ ਵੀ ਉਹ ਤਾਂ ਨਾ ਮੁਸਲਮਾਨ ਹੈ ਨਾ ਹਿੰਦੂ ਹੈ। ਮੇਰਾ ਸਰੂਪ ਤਾਂ ਉਹ ਹੈ ਆਤਮਾ, ਆਤਮਾ ਨਾ ਹਿੰਦੂ ਹੈ, ਆਤਮਾ ਨਾ ਮੁਸਲਮਾਨ ਹੈ, ਉਹ ਨਾ ਨਰ ਹੈ ਨਾ ਇਸਤਰੀ ਹੈ। ਇਉਂ ਸਵਰੂਪ ਆਪਣਾ ਜਾਣ ਲਿਆ। ਨਾਸਿਓ ਤੋ ਪਰਮ ਉਰਜੋਈ। ਜਿੰਨਾ ਹਿਰਦੇ ਦਾ ਭਰਮ ਸੀ ਨਸ ਗਿਆ, ਭਰਮ ਦੀ ਨਿਰਵਿਰਤੀ ਹੋ ਗਈ ਉਬਾਰੇ ਖਾਨ ਦੇ ਹਿਰਦੇ ਚੋਂ। ਧਰ ਕੈ ਸ਼ਰਦਾ ਭਇਓ ਨਿਹਾਲਾ। ਗੁਰੂ ਪਾਤਸ਼ਾਹ ਦੇ ਚਰਨਾਂ ਤੇ ਸ਼ਰਧਾ ਰੱਖ ਕੇ ਉਬਾਰੇ ਖਾਨ ਜੀ ਨਿਹਾਲ ਹੋ ਗਏ। ਭਵ ਬੰਧਨ ਛੂਟੇ ਜਮ ਜਾਲਾ। ਸਾਰ ਦੇ ਬੰਧਨ ਟੁੱਟ ਗਏ, ਜਮ ਜਾਲ ਤੋਂ ਮੁਕਤ ਹੋ ਗਿਆ। ਪੁਚੰਗ ਚੰਦ ਕਟੀ ਚਾਰ ਬੈਸਿਓ ਕਾਇਓ ਉਬਾਰਾ। ਚਾਰ ਘੜੀਆਂ ਉਬਾਰੇ ਖਾਨ ਜੀ ਮਹਾਰਾਜ ਜੀ ਕੋਲ ਬੈਠੇ ਰਹੇ ਬੜੇ ਆਨੰਦ 'ਚ। ਇੱਕ ਇਹੋ ਜਿਹਾ ਰਸਮ ਆਪਣੇ ਹਿਰਦੇ 'ਚ ਮਾਣ ਰਹੇ ਨੇ
ਜਿਸ ਰਸ ਨੂੰ ਮਾਣਨ ਵਾਲੇ ਮਹਾਂਪੁਰਸ਼ਾਂ ਨੇ ਦੱਸਿਆ ਕਿ ਅਸੀਂ ਕੁਝ ਕਹਿ ਨਹੀਂ ਸਕਦੇ, ਗੂੰਗੇ ਦਾ ਗੁੜ ਖਾਣ ਵਾਲੀ ਬਾਤ ਹੈ। ਉਹ ਰਸ ਕੁਝ ਸਮੇਂ ਲਈ, 4 ਘੜੀਆਂ ਲਈ ਗੁਰੂ ਚਰਨਾਂ ਵਿੱਚ ਬੈਠਿਆਂ ਉਬਾਰੇ ਖਾਨ ਨੇ ਮਾਣਿਆ। ਪਇਓ ਆਜ ਮੋਕੋ ਮੁਕੰਦੰ ਦੀਦਾਰਾ। 4 ਘੜੀਆਂ ਦਾ ਉਹ ਰਸ ਮਾਣਨ ਤੋਂ ਬਾਅਦ ਬੋਲ ਉੱਠਿਆ, ਆਹਾ, ਅੱਜ ਮੈਨੂੰ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਰਹੇ ਹਨ। 4 ਘੜੀਆਂ ਦੇ ਉਸ ਆਨੰਦ ਤੋਂ ਬਾਅਦ ਪਹਿਲਾਂ ਦਾ ਚੁੱਪ ਹੀ ਬੈਠਾ ਰਿਹਾ, ਫਿਰ ਬੋਲਿਆ, ਪਇਓ ਆਜ ਮੋਕੋ ਮੁਕੰਦੰ ਦੀਦਾਰਾ। ਅੱਜ ਮੈਨੂੰ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ। ਰਿਦੇ ਸ਼ਾਂਤ ਪਾਈ ਗਇਓ ਮੋਹ ਦੂਰੰ। ਮੈਨੂੰ ਹਿਰਦੇ ਦੀ ਸ਼ਾਂਤੀ ਮਿਲ ਗਈ ਹੈ, ਮੇਰੇ ਹਿਰਦੇ ਚੋਂ ਮੋਹ ਦੂਰ ਹੋ ਗਿਆ ਹੈ। ਦੁਖੰ ਨਾਸ਼ਕਾਰੀ ਤੂਈ ਰੂਪ ਰੂਰੰ। ਮਹਾਰਾਜ ਜੀ, ਤੁਸੀਂ ਦੁੱਖਾਂ ਦਾ ਨਾਸ਼ ਕਰਨ ਵਾਲੇ ਸੋਹਣੇ ਸਵਰੂਪ ਹੋ, ਤੁਸੀਂ ਹੀ ਸੁੰਦਰ ਸਵਰੂਪ ਹੋ, ਤੁਸੀਂ ਹੀ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ। ਸਵਈਆ ਆਇਸ ਦਿਓ ਆਬੇ ਮੁਝ ਕੋ, ਨਿਜ ਧਾਮ ਕੋ ਜਾਏ ਬਹੁਰ ਸੁਆਉ। ਮਹਾਰਾਜ ਜੀ ਆਗਿਆ ਦਿਓ, ਮੈਂ ਹੁਣ ਆਪਣੇ ਘਰ ਜਾਵਾਂ ਮੁੜ ਕੇ ਫੇਰ ਆਵਾਂ ਦਰਸ਼ਨਾਂ। ਮਹਾਰਾਜ ਆਗਿਆ ਦਿਓ, ਜਾਵਾਂ, ਪਰ ਇਸ ਵਾਸਤੇ ਨਹੀਂ ਵੀ ਜਾ ਕੇ ਆਵਾਂ ਨਾ, ਜਾਵਾਂ ਘਰ ਮੁੜ ਕੇ ਫੇਰ ਦਰਸ਼ਨਾਂ ਨੂੰ ਆਵਾਂ। ਦੀਨ ਦਿਆਲ ਕਰੋ ਕਰੁਣਾ, ਔਰ ਰਾਵਰ ਧਿਆਨ ਨਹੀਂ ਬਿਸਰਾਉ। ਗੁਰਸਿੱਖ ਇਉਂ ਹੀ ਕਰਦੇ ਆ ਨਾ, ਆਏ ਨੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦਰਸ਼ਨਾਂ ਨੂੰ। ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਏ ਹਾਂ ਤੇ ਇਹੋ ਹੀ ਬੇਨਤੀ ਕਰਕੇ ਜਾਣਾ, ਮਹਾਰਾਜ ਜਾ ਰਹੇ ਆ, ਕੱਲ ਨੂੰ ਫੇਰ ਦਰਸ਼ਨ ਬਖਸ਼ਿਓ, ਫੇਰ ਆਈਏ ਦਰਸ਼ਨਾਂ ਨੂੰ ਬਲ ਬਖਸ਼ਿਓ ਮਹਾਰਾਜ। ਤੋ ਵਾਰੇ ਖਾਨ ਕਹਿੰਦਾ, ਮਹਾਰਾਜ ਇਹ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਸਾਡੇ ਤੇ ਕਿਰਪਾ ਕਰੋ, ਮੇਰੇ ਹਿਰਦੇ 'ਚੋਂ ਤੁਹਾਡਾ ਧਿਆਨ ਨਾ ਵਿਸਰੇ, ਤੁਹਾਡੀ ਮੂਰਤ ਮੇਰੇ ਹਿਰਦੇ 'ਚੋਂ ਨਾ ਵਿਸਰੇ। ਉਹ ਜਗ ਕੇ ਕਰਤਾ ਹਰਤਾ। ਮਹਾਰਾਜ ਤੁਸੀਂ ਇਸ ਜਗਤ ਦੇ ਕਰਤਾ ਵੀ ਹੋ, ਔਰ ਤੁਸੀਂ ਇਸ ਜਗਤ ਨੂੰ ਹਰ ਲੈਣ ਵਾਲੇ, ਇਸ ਜਗਤ ਦੇ ਹਰਤਾ ਵੀ ਹੋ। ਕਰਤਾ ਵੀ ਹੋ ਔਰ ਹਰ ਲੈਣ ਵਾਲੇ ਹਰਤਾ ਵੀ ਹੋ, ਭਾਵ ਪੈਦਾ ਵੀ ਕਰਦੇ ਔਰ ਸਮੇਟਦੇ ਵੀ ਹੋ। ਨਿਜ ਨਾਮ ਦੀਜੇ ਦਾਰ ਭੂਖ ਨ ਪਾਉ। ਮਹਾਰਾਜ ਆਪਣਾ ਨਾਮ ਬਖਸ਼ੋ ਤੇ ਆਪਣੇ ਨਾਮ ਦਾ ਦਾਨ ਬਖਸ਼ੋ। ਉਹ ਗਹਿਣਾ ਮੈਂ ਆਪਣੇ ਗਲ ਵਿੱਚ ਪਾਵਾਂ ਜਿਹਦੇ ਬਾਰੇ ਆਪ ਜੀ ਨੇ ਪਹਿਲੋਂ ਫਰਮਾਇਆ। ਆਪਣੇ ਨਾਮ ਦਾ ਦਾਨ ਬਖਸ਼ੋ, ਤੁਹਾਡੇ ਨਾਮ ਦਾ ਭੂਸ਼ਣ, ਤੁਹਾਡੇ ਨਾਮ ਦਾ ਗਹਿਣਾ ਮੈਂ ਆਪਣੇ ਕੰਠ ਵਿੱਚ ਪਾਵਾਂ। ਦੇਖ ਦੀਦਾਰ ਨਿਹਾਲ ਪਇਓ, ਅਬ ਲੀਏ ਰਜਾਏ ਬਿਨਾ ਨਾ ਸੇਦਾਉ। ਮਹਾਰਾਜ ਤੁਹਾਡੇ ਦੀਦਾਰ ਕਰਕੇ ਨਿਹਾਲ ਹੋ ਗਿਆ, ਗਰੀਬ ਨਵਾਜ, ਹੁਣ ਤੁਹਾਡੀ ਆਗਿਆ ਲਏ ਬਿਨਾ ਮੈਂ ਘਰ ਨਹੀਂ ਜਾਣਾ। ਭੁਜੰਗ ਪ੍ਰਿਆਦ ਚੰਦ ਗੁਰੂ ਜੀ ਕਹਿਓ, ਤਿਆਰ ਹੋਇਓ ਆਹਾਰਾ। ਪਾਤਸ਼ਾਹ ਕਹਿੰਦੇ, ਉਬਾਰੇ ਖਾਨ ਭੋਜਨ ਤਿਆਰ ਹੈ, ਪ੍ਰਸ਼ਾਦਾ ਤਿਆਰ ਹੈ। ਹਾਂਜੀ, ਕਰੋ ਖਾਵਨੋ ਫੇਰ ਜਈਐ ਉਬਾਰਾ। ਪ੍ਰਸ਼ਾਦੇ ਦਾ ਵੇਲਾ, ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਛਕ ਕੇ ਚਲੇ ਜਾਇਓ। ਮਹਾਰਾਜ ਜੀ ਏਦਾਂ ਪੁੱਛਦੇ, ਨਿਰੰਕਾਰ ਕੀ ਨੀਦਿਆ ਤੋਰ ਹੂੰ ਪੈ। ਤੇਰੇ ਤੇ ਨਿਰੰਕਾਰ ਨੇ ਬੜੀ ਕਿਰਪਾ ਕੀਤੀ ਉਬਾਰੇ ਖਾਨ, ਤੇਰੇ ਤੇ ਅਕਾਲ ਪੁਰਖ ਦੀ ਨਿਰੰਕਾਰ ਦੀ ਕਿਰਪਾ ਵਰਤੀ ਹੈ। ਬੰਦਿਓ ਬੰਦ ਝੂਟਿਓ ਤਰਿਓ ਮੋਹ ਹੂੰ ਪੈ। ਤੇਰੇ ਮੋਹ ਦੇ ਬੰਧਨ ਟੁੱਟ ਗਏ ਨੇ ਔਰ ਤੂੰ ਇਸ ਭਾਵ ਸਾਗਰ ਤੋਂ ਤਰ ਗਿਆ ਹੈ। ਦੋਹਰਾ ਕਹੇ ਉਬਾਰਾ ਤਪਾ ਜੀ, ਜੈ ਤੈ ਸਰਬ ਆਹਾਰ। ਉਬਾਰੇ ਖਾਨ ਕਹਿਣ ਲੱਗਾ, ਹੇ ਤਪਾ ਜੀ, ਇਹ ਸੰਸਾਰ ਵਿੱਚ ਜਿੱਥੇ ਜਿੱਥੇ ਵੀ ਰੋਜੀ ਵਰਤ ਰਹੀ ਹੈ, ਉਹ ਸਾਰੀ ਤੁਹਾਡੀ ਵਰਤ ਰਹੀ। ਜਿੱਥੇ ਜਿੱਥੇ ਵੀ ਭੋਜਨ ਵਰਤ ਰਿਹਾ ਹੈ, ਜੀਵਾਂ ਨੂੰ ਖਾਣਾ ਪ੍ਰਾਪਤ ਹੋ ਰਿਹਾ ਹੈ,
ਮਹਾਰਾਜ ਉਹ ਤੁਹਾਡਾ ਵਰਤਾਇਆ ਹੀ ਤਾਂ ਵਰਤ ਰਿਹਾ ਸਰਬ ਥਾਵਾਂ ਤੇ, ਸਰਬ ਜਗਾਵਾਂ ਤੇ ਤੁਹਾਡੀ ਦੇਗ ਵਰਤ ਰਹੀ ਹੈ। ਜਾਚਕ ਜਗ ਜਾਚੇ ਸਰਬ ਏਕ ਤੂੰ ਹੀ ਦਾਤਾਰ। ਇਹ ਸਾਰਾ ਸੰਸਾਰ ਮੰਗਤਾ ਹੈ ਔਰ ਸਭ ਨੂੰ ਦੇਣ ਵਾਲੇ ਸਭ ਦੇ ਦਾਤਾਰ ਇੱਕ ਤੁਸੀਂ ਹੋ। ਤੁਸੀਂ ਹੀ ਦਾਤੇ ਬਣ ਕੇ ਸਾਰੇ ਜਗਤ ਨੂੰ ਦਾਤਾਂ ਦੇਣ ਵਾਲੇ ਦਾਤਾਰ ਹੋ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਸਭ ਨੂੰ ਦਾਤਾਂ ਦੇ ਕੇ ਨਿਵਾਜਣ ਵਾਲੇ ਹੋ। ਤੋਟਕ ਚੰਦ ਅਬ ਆਇਸ ਦਿਓ ਚਲੇ ਸਦਨਾ। ਮਹਾਰਾਜ ਆਗਿਆ ਦਿਓ, ਹੁਣ ਮੇਰੀ ਇੱਛਾ ਨਹੀਂ ਹੈ ਭੋਜਨ ਦੀ, ਅੱਗੇ ਜਿੱਥੇ ਛਕਾਂਗਾ ਉਹ ਵੀ ਤੁਹਾਡਾ ਹੀ ਹੈ ਮਹਾਰਾਜ। ਆਪ ਦੀ ਆਗਿਆ ਦਿਓ ਤੇ ਮੈਂ ਘਰ ਜਾਵਾਂ। ਪੁਨ ਤੂਰਨ ਆਨ ਪਿਕੋ ਬਦਨਾ। ਇਹ ਕਿਰਪਾ ਕਰਿਓ ਜਾਵਾਂ ਤੇ ਮੁੜ ਕੇ ਫੇਰ ਛੇਤੀ ਆ ਕੇ ਤੁਹਾਡੇ ਦਰਸ਼ਨ ਕਰਾਂ। ਕੈ ਲੀਨ ਖੁਸ਼ੀ ਨਿਜ ਧਾਮ ਗਿਓ। ਏਦਾਂ ਕਹਿ ਕੇ ਉਬਾਰੇ ਖਾਨ ਨੇ ਮਹਾਰਾਜ ਜੀ ਕੋਲੋਂ ਆਗਿਆ ਲਈ ਤੇ ਘਰ ਨੂੰ ਟੁਰ ਪਏ। ਔਰ ਸ੍ਰੀ ਗੁਰ ਕੋ ਜਸ ਧਾਰ ਲਿਓ। ਸਤਿਗੁਰੂ ਜੀ ਦਾ ਸੋਹਣਾ ਸੁਜਸ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਸਵਈਆ ਏਕ ਫਕੀਰ ਸੋ ਅਦਰੈ ਮਾਨ। ਮਿਲਿਓ ਤੈ ਕੋ ਤਬ ਜਾਏ ਉਬਾਰਾ। ਕਹਿੰਦੇ ਉਬਾਰੇ ਖਾਨ ਜੀ ਜਦੋਂ ਗਏ ਤੇ ਇਹਨਾਂ ਨੂੰ ਇੱਕ ਫਕੀਰ ਮਿਲਿਆ। ਉਸ ਫਕੀਰ ਦਾ ਨਾਮ ਸੀ ਅਬਦੁਲ ਰਹਿਮਾਨ। ਵੇਖੋ ਮਾਲੋ ਸ਼ੇਖ ਨੂੰ ਰੰਗ ਲੱਗਾ, ਉਹਨੇ ਉਬਾਰੇ ਖਾਨ ਨੂੰ ਲਾ ਦਿੱਤਾ। ਉਬਾਰੇ ਖਾਨ ਨੂੰ ਰੰਗ ਲੱਗਾ ਤੇ ਉਬਾਰੇ ਖਾਨ ਨੇ ਇੱਕ ਮਹਾਨ ਪੀਰ ਅਬਦੁਲ ਰਹਿਮਾਨ ਨੂੰ ਰੰਗ ਲਾ ਦਿੱਤਾ। ਇਹ ਹੁੰਦਾ ਪ੍ਰਚਾਰ ਅੱਗੇ ਤੋਂ ਅੱਗੇ। ਅਸੀਂ ਵੇਖੀ ਆਪਣੇ ਜੀਵਨ 'ਚ ਝਾਤ ਮਾਰ ਕੇ, ਆਪਾਂ ਜਿੰਨੇ ਵੀ ਬੈਠੇ ਆ ਮਾਫ ਕਰਨਾ, ਇਹ ਕਥਾ ਨਹੀਂ ਹੋਣੀ, ਇਹ ਸਵੈ ਵਿਸ਼ਲੇਸ਼ਣ ਹੈ। ਆਪਣੇ ਅੰਦਰ ਸਵੈ ਅਧਿਆਏ ਕਰਕੇ ਵੇਖੀਏ ਕਿਤੇ ਵੀ ਆਪਾਂ ਆਪਣੇ ਜੀਵਨ 'ਚ ਕਿੰਨਿਆਂ ਕੁ ਨੂੰ ਜੋੜਿਆ ਹੋਣਾ। ਮਾਫ ਕਰਨਾ ਜਿੰਨੇ ਵੀ ਬੈਠੇ ਆ, ਆਪਣੇ ਜੀਵਨ 'ਚ ਕਿੰਨਿਆਂ ਕੁ ਨੂੰ ਜੋੜਿਆ ਹੋਣਾ ਗੁਰੂ ਚਰਨਾਂ ਨਾਲ। ਕਿੰਨਿਆਂ ਨੂੰ ਸਾਨੂੰ ਵੇਖ ਕੇ ਰੰਗ ਲੱਗਾ ਹੋਵੇਗਾ, ਕਿੰਨਿਆਂ ਨੂੰ ਸਾਨੂੰ ਵੇਖ ਕੇ ਗੁਰਸਿੱਖੀ ਦੀ ਸਿੱਖਤ ਆਈ ਹੋਵੇਗੀ। ਜੇ ਨਹੀਂ ਆਈ ਤੇ ਇਹਦਾ ਮਤਲਬ ਹਾਲੇ ਅਸੀਂ ਆਪ ਸਿੱਖਣ ਦੇ ਰਾਹ ਤੇ ਟੁਰੇ ਹੋਏ ਹਾਂ, ਅਜੇ ਕਿਸੇ ਮੰਜ਼ਿਲ ਤੇ ਨਹੀਂ ਪਹੁੰਚੇ। ਸਾਡੇ 'ਚ ਕਮੀ। ਜੇ ਸਾਨੂੰ ਵੇਖ ਕੇ ਕਿਸੇ ਨੂੰ ਰੰਗ ਨਹੀਂ ਲੱਗਾ, ਜੇ ਅਸੀਂ ਕਿਸੇ ਨੂੰ ਨਹੀਂ ਜੋੜ ਪਾਏ, ਇਹਦਾ ਮਤਲਬ ਹੈ ਹਾਲੇ ਆਪ ਟੁੱਟੇ ਹੋਏ ਹਾਂ। ਉਬਾਰੇ ਖਾਨ ਮਿਲਿਆ ਇੱਕ ਫਕੀਰ ਨੂੰ, ਉਸ ਫਕੀਰ ਦਾ ਨਾਮ ਹੈ ਅਬਦੁਲ ਰਹਿਮਾਨ। ਹਾਂਜੀ। ਹੈ ਜਿਸ ਕੀ ਜਗ ਮੈਂ ਮਨ ਤਾਬੋ। ਇਹ ਜਿਹੜਾ ਅਬਦੁਲ ਰਹਿਮਾਨ ਹੈ, ਇਹਦੀ ਮਾਨਤਾ ਬੜੀ, ਕਿਉਂਕਿ ਪੀਰ ਸੀ ਮੁਸਲਮਾਨਾਂ 'ਚ, ਬੜਾ ਵੱਡਾ ਪੀਰ ਸੀ। ਮਾਨਤਾ ਬੜੀ ਸੀ, ਲੋਕਾਂ ਵਿੱਚ ਸਤਿਕਾਰ ਬੜਾ ਸੀ। ਜਾਏ ਸਮੀਪ ਸਲਾਮੀ ਉਚਾਰਾ। ਜਦੋਂ ਉਬਾਰੇ ਖਾਨ ਅਬਦੁਲ ਰਹਿਮਾਨ ਕੋਲ ਗਿਆ ਤੇ ਜਾ ਕੇ ਉਹਨੇ ਪੀਰ ਸਮਝ ਕੇ ਸਲਾਮ ਕੀਤੀ। ਸ਼੍ਰੀ ਗੁਰ ਕੇ ਗੁਣ ਭਾਖਤ ਪਾਪੁਨ। ਹੁਣ ਉਬਾਰੇ ਖਾਨ ਗੁਰੂ ਸਾਹਿਬ ਦੀ ਸਿਫਤ ਕਰਨ ਲੱਗਾ ਅਬਦੁਲ ਰਹਿਮਾਨ ਕੋਲ। ਕਹਿੰਦਾ ਪੀਰ ਜੀ ਤੁਸੀਂ ਵੀ ਪੀਰ ਹੋ, ਪਰ ਮੈਂ ਜਿਸ ਪੀਰ ਦੇ ਦਰਸ਼ਨ ਕੀਤੇ ਨੇ, ਉਹਨਾਂ ਦੇ ਦਰਸ਼ਨਾਂ ਤੋਂ ਬਾਅਦ ਤੁਹਾਡੇ ਵਰਗੇ ਸਾਰੇ ਪੀਰ ਮੈਨੂੰ ਨਕੰਮੇ ਜਿਹੀ ਨਜ਼ਰ ਆਉਂਦੇ ਆ। ਉਹ ਪਿਰਾਨ ਪੀਰ ਨੇ, ਪੀਰਾਂ ਦੇ ਵੀ ਪੀਰ ਨੇ, ਐਸੇ ਮਹਾਨ ਹਨ। ਵਿੱਚ ਕਲੀ ਪ੍ਰਗਟਿਓ ਅਵਤਾਰਾ। ਤਾਂ ਇਉਂ ਸਮਝਦਾ ਵੀ ਉਹ ਕਲੀ ਕਾਲ 'ਚ ਖੁਦਾ ਦਾ ਹੀ ਪ੍ਰਗਟ ਪ੍ਰਤੱਖ ਰੂਪ ਨੇ, ਅਵਤਾਰ ਨੇ। ਜਾਏ ਦੀਦਾਰ ਅਗੀਗਤ ਪਾਵੇ। ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪੀ ਵੀ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪੀ ਵੀ ਮੁਕਤ ਹੋ ਜਾਂਦੇ ਹਨ। ਜੈਸੋ ਸੁਨਿਓ ਹਮ ਤੈਸੋ ਨਿਹਾਰਾ। ਜਿਵੇਂ ਸੁਣਿਆ ਸੀ ਉਹਨਾਂ ਬਾਰੇ, ਮੈਂ ਦਰਸ਼ਨ ਵੀ ਉਹਨਾਂ ਦੇ ਵੈਸੇ ਹੀ ਕੀਤੇ ਹਨ। ਤੋਟਕ ਚੰਦ ਸੁਨ ਕੇ ਗੁਣ ਸ਼ੇਖ ਸੋ ਕ੍ਰੋਧ ਪਇਓ। ਜਦੋਂ ਸ਼ੇਖ ਨੇ ਗੱਲ ਸੁਣੀ, ਅਬਦੁਲ ਰਹਿਮਾਨ ਨੇ, ਉਹ ਵੀ ਸ਼ੇਖ ਸੀ,
ਉਹਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਬੜਾ ਗੁੱਸਾ ਕੀਤਾ। ਜਸ ਸ੍ਰੀ ਗੁਰ ਬਨ ਤਪਾਏ ਦਿਓ। ਮਾਨੋ ਗੁਰੂ ਸਾਹਿਬ ਦੀ ਵਡਿਆਈ ਅੱਗ ਸੀ, ਔਰ ਉਸ ਅੱਗ ਨੇ ਅਬਦੁਲ ਰਹਿਮਾਨ ਦਾ ਹਿਰਦਾ ਸਾੜ ਕੇ ਰੱਖ ਦਿੱਤਾ। ਹੰਕਾਰੀ ਬੰਦਾ ਕਦੇ ਕਿਸੇ ਦੂਜੇ ਦੀ ਵਡਿਆਈ ਨਹੀਂ ਸੁਣ ਸਕਦਾ। ਬਿਰਹੀ ਜਿਵ ਜੋਨ ਦੁਖਾਤਰ ਕੋ। ਜਿਵੇਂ ਕਿਸੇ ਵਿਛੜੀ ਹੋਈ ਇਸਤਰੀ ਨੂੰ ਚੰਦ ਦੀ ਚਾਨਣੀ ਬੜੀ ਦੁੱਖ ਦਿੰਦੀ ਹੈ ਨਾ, ਆਪਣੇ ਪਤੀ ਤੋਂ ਵਿਛੜੀ ਇਸਤਰੀ ਨੂੰ ਚੰਦਰਮਾ ਦੀ ਚਾਨਣੀ ਦੁਖਦਾਈ ਹੁੰਦੀ ਹੈ। ਤਰ ਈਰਖ ਕੋ ਬਚ ਬੋਲਤ ਸੋ। ਇਦਾਂ ਦੁਖੀ ਹੋਇਆ ਅਬਦੁਲ ਰਹਿਮਾਨ ਤੇ ਈਰਖਾ ਦੇ ਭਾਂਬੜ ਮਚੇ ਹਿਰਦੇ 'ਚ ਤੇ ਬੋਲਿਆ, ਸੋਰਠਾ ਕੋ ਹੈ ਹਿੰਦੂ ਪਲੀਤ ਜਿਸ ਕੇ ਗੁਣ ਤੂੰ ਕਹਿਤ ਹੈ। ਕਹਿੰਦਾ ਉਹ ਬਾਰੇ ਖਾਨ ਕਿਹੜਾ ਹਿੰਦੂ ਪਲੀਤ? ਗੁਰੂ ਸਾਹਿਬ ਨੂੰ ਹਿੰਦੂ ਦੱਸਦਾ ਸੀ, ਹਾਲਾਂਕਿ ਮੇਰੇ ਸਾਹਿਬ ਨਾ ਹਿੰਦੂ ਨਾ ਮੁਸਲਮਾਨ, ਆਪ ਪਰਮੇਸ਼ਵਰ ਨੇ। ਇਹ ਕਹਿੰਦਾ ਇਹਨੂੰ ਤਾਂ ਹੁਣ ਜੋ ਦਿਸਦਾ ਸੀ ਉਵੇਂ ਹੀ ਕਹਿਣਾ ਸੀ ਨਾ। ਕਹਿੰਦਾ ਉਹ ਹਿੰਦੂ ਪਲੀਤ, ਪਲੀਤ ਕਹਿੰਦੇ ਨੇ ਅਪਵਿੱਤਰ ਨੂੰ, ਉਹਦੀ ਉਪਮਾ ਕਰਦਾ ਮੇਰੇ ਸਾਹਮਣੇ। ਮੈਂ ਐਡਾ ਵੱਡਾ ਪੀਰ ਹਾਂ ਤੇ ਤੂੰ ਇੱਕ ਹਿੰਦੂ ਪਲੀਤ ਦੀ ਮੇਰੇ ਸਾਹਮਣੇ ਉਪਮਾ ਕਰਦਾ। ਭਇਓ ਜਾਏ ਕੋ ਮੀਤ ਹੌਸੋ ਉਠਾਵੋ ਦੂਰ ਕਰ। ਇਹਦਾ ਜਾ ਕੇ ਤੂੰ ਮਿੱਤਰ ਬਣਿਆ, ਮੈਂ ਜਦੋਂ ਗਿਆ ਉਹਨੂੰ ਉੱਥੋਂ ਉਠਾ ਦਿਆਂਗਾ ਜਿੱਥੇ ਉਹ ਬੈਠਾ। ਅਬਦੁਲ ਰਹਿਮਾਨ ਕਹਿੰਦਾ ਤੂੰ ਜਾ ਕੇ ਜਿਹਦਾ ਮਿੱਤਰ ਬਣਿਆ ਨਾ, ਮੈਂ ਉਹਨੂੰ ਜਾ ਕੇ ਉਠਾ ਦਿਆਂਗਾ ਉੱਥੋਂ, ਉੱਥੇ ਉਹਨੂੰ ਰਹਿਣ ਨਹੀਂ ਦਿਆਂਗਾ ਜਿੱਥੇ ਉਹ ਰਹਿੰਦਾ ਹੈ। ਪੁਚੰਗ ਪ੍ਰਿਆਤ ਚੰਦ ਉਬਾਰਾ ਕਹੇ ਕਾਏ ਦੇਵੋ ਉਠਾਈ। ਉਬਾਰੇ ਖਾਨ ਅੱਗੋਂ ਬੋਲਿਆ, ਕਹਿੰਦਾ ਉਹ ਅਬਦੁਲ ਰਹਿਮਾਨ ਅਕਲ ਨੂੰ ਹੱਥ ਪਾ, ਤੂੰ ਕਿਹਨਾਂ ਬਾਰੇ ਕਹਿ ਰਿਹਾ ਉਠਾਣ ਨੂੰ? ਉਹਨਾਂ ਨੂੰ ਕਿਸ ਗੱਲੇ ਜਾ ਕੇ ਉਠਾਉਣਾ? ਤਰੀ ਦੇਹ ਅਲਹ ਪਾਕੰ ਬਣਾਈ। ਉਹ ਤਾਂ ਪਾਕ ਅੱਲਾ ਨੇ ਧਾਰਨ ਕੀਤੀ ਹੈ, ਤੂੰ ਉਸ ਅੱਲਾ ਨੂੰ ਉਠਾਉਣ ਦੀ ਗੱਲ ਕਰਦਾ? ਇਹ ਤੇਰੇ ਲਈ ਯੋਗ ਨਹੀਂ। ਬਿਲੋਕੋ ਨਾ ਕੋ ਜੋ ਤਾਂ ਕੇ ਸਮਾਨ। ਮੈਨੂੰ ਕੋਈ ਇਹੋ ਜਿਹਾ ਨਹੀਂ ਦਿਸਦਾ ਜਿਹੜਾ ਉਹਨਾਂ ਦੇ ਸਮਾਨ, ਉਹਨਾਂ ਦੇ ਬਰਾਬਰ ਹੋਵੇ। ਉਹਨਾਂ ਵਰਗਾ, ਉਹਨਾਂ ਦੇ ਸਮਾਨ ਮੈਨੂੰ ਕੋਈ ਨਹੀਂ ਦਿਸਦਾ। ਤਿਸੇ ਤੂੰ ਉਠਾਵੇ ਨਾ ਜਾਣੇ ਅਜਾਨੰ। ਹੋ ਅਣਜਾਣ, ਤੂੰ ਜਾਣਦਾ ਨਹੀਂ ਉਹਨਾਂ ਬਾਰੇ। ਜਿਸ ਅੱਲਾ ਦੀ ਪਾਕ ਮੂਰਤ ਨੇ ਸੰਸਾਰ ਤੇ ਅਵਤਾਰ ਧਾਰਨ ਕੀਤਾ, ਤੂੰ ਉਹਨਾਂ ਨੂੰ ਉਠਾਉਣ ਦੀ ਗੱਲ ਕਰਦਾ। ਨਾਰਾਜ ਚੰਦ ਜੋ ਸ਼ਾਹ ਅਦਰਮਾਨ ਫੇਰ ਬੈਨ ਕੋ ਬਖਾਨਿਆ। ਇਹ ਸੁਣ ਕੇ ਉਭਾਰੇ ਖਾਨ ਦੀ ਗੱਲ ਅੱਗੋਂ ਅਬਦੁਲ ਰਹਿਮਾਨ ਫਿਰ ਬੋਲਿਆ, ਅਜਾਨ ਮੂੜ ਮਤ ਤੂੰ ਜੋ ਹਿੰਦੂ ਕੋ ਪ੍ਰਮਾਨਿਆ। ਕਹਿੰਦਾ ਅਣਜਾਣ ਤੇ ਮੂਰਖ ਤੂੰ ਹੈ ਉਭਾਰੇ ਖਾਨ, ਜਿਹੜਾ ਕਿ ਹਿੰਦੂ ਨੂੰ ਜਾ ਕੇ ਪੀਰ ਮੰਨਣ ਲੱਗ ਪਿਆ। ਅਣਜਾਣ ਔਰ ਮੂਰਖ ਤੂੰ ਹੈ ਤੇ ਮੈਨੂੰ ਦੱਸਦਾ ਤੂੰ ਜਾ ਕੇ ਇੱਕ ਹਿੰਦੂ ਨੂੰ ਆਪਣਾ ਪੀਰ ਮੰਨ ਲਿਆ। ਖੁਦਾਏ ਸੋ ਬਨਾਏ ਕੈਸੋ ਨਾਏ ਪਾਸ ਮੋਰਿਆ। ਤੇ ਮੈਨੂੰ ਆ ਕੇ ਦੱਸਦਾ ਵੀ ਉਹ ਖੁਦਾ, ਇੱਕ ਹਿੰਦੂ ਨੂੰ ਤੂੰ ਕਿਵੇਂ ਖੁਦਾ ਕਹਿ ਕੇ ਮੇਰੇ ਸਾਹਮਣੇ ਬਿਆਨ ਕਰ ਸਕਦਾ? ਸੋਨੇ ਸੋ ਹਾਸਿਆ ਵਈ ਅਮਾਨ ਵਾਕ ਤੋਰਿਆ। ਤੇਰੇ ਇਹੋ ਜਿਹੇ ਬੋਲ ਸੁਣ ਕੇ ਮੈਨੂੰ ਹਾਸੀ ਆਉਂਦੀ ਆ, ਨਾਲੇ ਗੁੱਸਾ ਵੀ ਆਉਂਦਾ। ਉਠਾਏ ਦੂਰ ਮੈਂ ਕਰੋ ਬਿਲੋ ਕੇ ਆਪ ਲੀਜੀਏ। ਤੂੰ ਵੇਖੀ ਤੇਰੀਆਂ ਅੱਖਾਂ ਦੇ ਸਾਹਮਣੇ ਮੈਂ ਉਠਾਵਾਂਗਾ ਉਹਨਾਂ ਨੂੰ ਉੱਥੋਂ, ਤੂੰ ਆਪ ਵੇਖ ਲਈ ਜਦੋਂ ਮੈਂ ਉਠਾਵਾਂਗਾ। ਇਤੀ ਤਾਰੀਫ ਹਿੰਦੂ ਕੀ ਬੋਰ ਨਾ ਪਨੀਜੀਏ। ਇੰਨੀ ਤਾਰੀਫ ਕਿਸੇ ਹਿੰਦੂ ਦੀ ਮੁੜ ਕੇ ਨਾ ਕਰੀ ਮੇਰੇ ਸਾਹਮਣੇ, ਕਿਸੇ ਹਿੰਦੂ ਦੀ ਇਤਨੀ ਤਾਰੀਫ ਮੇਰੇ ਸਾਹਮਣੇ ਮੁੜ ਕੇ ਨਾ ਕਰੀ। ਈਮਾਨ ਤਿਆਗੇ ਆਪਨੋ ਕੋ ਬੋਲ ਬੋਲ ਤੈਂ ਕਹੇ। ਤੂੰ ਤਾਂ ਆਪਣਾ ਈਮਾਨ ਛੱਡ ਆਇਆ ਔਰ ਆਪਣਾ ਈਮਾਨ ਛੱਡ ਕੇ ਇੱਕ ਕਬੂਲ ਬੋਲ ਰਿਹਾ। ਨਾ ਔਰ ਪਾਸ ਪਾਕੀਏ ਰਜ਼ਾਏ ਮਾਨ ਮੋ ਆਏ। ਮੇਰੀ ਆਗਿਆ ਮੰਨ, ਇਹੋ ਜੀਆਂ ਗੱਲਾਂ ਹੁਣ ਕਿਸੇ ਹੋਰ ਦੇ ਸਾਹਮਣੇ ਨਾ ਕਰੀ। ਮੇਰੇ ਕੋਲ ਕਹਿ ਲੀਆਂ, ਕਿਸੇ ਹੋਰ ਕੋਲ ਜਾ ਕੇ ਹੁਣ ਏਦਾਂ ਦੇ ਬੋਲ ਬਚਨ ਨਾ ਕਰੀ। ਦੋਹਰਾ ਬੈਨ ਉਬਾਰੇ ਖਾਂ ਕਿਓ ਹਿੰਦੂ ਤੁਰਕ ਨ ਸੋਏ। ਉਬਾਰੇ ਖਾਨ ਅੱਗੋਂ ਬੋਲਿਆ, ਉਹ ਅਬਦੁਲ ਰਹਿਮਾਨ ਸ਼ੇਖ ਸੁਣ, ਉਹ ਨਾ ਹਿੰਦੂ ਹਨ, ਉਹ ਨਾ ਮੁਸਲਮਾਨ ਹਨ। ਕਿਸੇ ਉਠਾਵੋ ਸ਼ੇਖ ਜੀ ਆਪ ਖੁਦਾਏ ਜੇ ਹੋਏ।
ਇਹਨਾਂ ਨੂੰ ਉਠਾਉਣ ਦੀ ਗੱਲ ਕਰਦਾ, ਜੇ ਉਹ ਆਪ ਹੀ ਖੁਦਾ ਨੇ ਤੂੰ ਖੁਦਾ ਨੂੰ ਕਿਵੇਂ ਉਠਾਵੇਂਗਾ? ਜੇ ਉਹ ਆਪ ਹੀ ਖੁਦਾ ਨੇ ਤਾਂ ਉਸ ਖੁਦਾ ਨੂੰ ਉਠਾਉਣ ਦੀ ਗੱਲ ਕਿਉਂ ਕਰਦਾ ਹੈ? ਕਿਵੇਂ ਉਠਾਏਗਾ ਉਹਨਾਂ ਨੂੰ? ਚੌਪਈ ਕਰਕੇ ਸਮਝ ਆਪ ਮਨ ਮਾਈ, ਆਪਣੇ ਮਨ ਵਿੱਚ ਇਸ ਗੱਲ ਨੂੰ ਸਮਝ ਲੈ। ਬੋਲੋ ਬਚਨ ਅਪਰ ਜਿਉ ਨਾਈ, ਜਿਵੇਂ ਕਿਸੇ ਆਮ ਬੰਦਿਆਂ ਲਈ ਗੱਲਾਂ ਕਰੀਦੀਆਂ ਉਦਾਂ ਦੀਆਂ ਗੱਲਾਂ ਉਹਨਾਂ ਵਾਸਤੇ ਨਾ ਕਰ ਅਬਦੁਲ ਰਹਿਮਾਨ। ਉਹ ਖੁਦਾ ਨੇ, ਉਹ ਅੱਲਾ ਦੀ ਪਾਕ ਮੂਰਤ ਨੇ। ਲੱਜਤ ਹੋਵੋਗੇ ਪਛਾਤੀ, ਜੇ ਏਦਾਂ ਦੀਆਂ ਗੱਲਾਂ ਕਰੇਗਾ ਤੇ ਤੈਨੂੰ ਬਾਅਦ ਚ ਸ਼ਰਮਿੰਦਾ ਹੋਣਾ ਪਵੇਗਾ, ਸ਼ਰਮਸਾਰ ਹੋਣਾ ਪਵੇਗਾ। ਮਿਲੇ ਜਬੇ ਨੇ ਆਵੇਂ ਬਾਤੀ, ਤੇ ਜਦੋਂ ਤੂੰ ਮਿਲੇਗਾ ਨਾ ਉਹਨਾਂ ਨੂੰ, ਉਹ ਮਿਲਣਗੇ ਤੈਨੂੰ, ਤੈਨੂੰ ਤਾਂ ਗੱਲ ਵੀ ਨਹੀਂ ਔੜਨੀ ਉਹਨਾਂ ਦੇ ਸਾਹਮਣੇ। ਹੁਣ ਤੂੰ ਕਹਿਣਾ ਮੈਂ ਉਹਨਾਂ ਨੂੰ ਉੱਥੋਂ ਉਠਾ ਦਿਆਂਗਾ ਜਿੱਥੇ ਬੈਠੇ ਨੇ। ਜਦੋਂ ਮਿਲੇਗਾ ਨਾ, ਉਹਨਾਂ ਦੇ ਦਰਸ਼ਨ ਇਹੋ ਜਿਹੇ ਪ੍ਰਤਾਪੀ ਨੇ ਕਿ ਤੈਨੂੰ ਤਾਂ ਕੋਈ ਗੱਲ ਵੀ ਨਹੀਂ ਔੜਨੀ ਉਹਨਾਂ ਦੇ ਸਾਹਮਣੇ, ਤੂੰ ਬੋਲ ਵੀ ਨਹੀਂ ਸਕਣਾ ਉਹਨਾਂ ਦੇ ਸਨਮੁਖ। ਨਿਜ ਸਮ ਹੋਏ ਜੇ ਮਤਸਰ ਕੀਜੈ, ਈਰਖਾ ਉਹਨਾਂ ਨਾਲ ਕਰੀਦੀ ਹੈ ਜਿਹੜਾ ਆਪਣੇ ਬਰਾਬਰ ਦਾ ਹੋਵੇ। ਆਪਣੇ ਬਰਾਬਰ ਦੇ ਨਾਲ ਦਾ ਈਰਖਾ ਕਰੀਦੀ ਹੈ। ਵੱਡਾ ਹੋਏ ਤੋ ਬਿਨੈ ਪਨੀਜੈ, ਤੇ ਜੇ ਕੋਈ ਵੱਡਾ ਹੋਵੇ ਤੇ ਵੱਡਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਬਣਾਉਂਦੀ ਹੈ। ਈਰਖਾ ਬਰਾਬਰ ਦਿਆਂ ਨਾਲ ਕਰ ਸਕਦਾ ਤੂੰ, ਪਰ ਜੇ ਵੱਡਾ ਹੋਵੇ ਨਾ ਕੋਈ ਵੱਡਾ, ਤੇ ਪੀਰ ਜੀ ਵੱਡਿਆਂ ਅੱਗੇ ਤਾਂ ਹੱਥ ਜੋੜ ਕੇ ਬੇਨਤੀ ਕਰੀਦੀ ਹੈ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਾਧ ਨਮਸਕਾਰਾ, ਉਹਦੇ ਅੱਗੇ ਤਾਂ ਹੱਥ ਜੋੜ ਕੇ ਬੇਨਤੀਆਂ ਹੀ ਕਰਨੀਆਂ ਬਣਾਉਂਦੀਆਂ ਹਨ। ਭਲੀ ਬਾਤ ਇਸ ਬਿਦ ਮਨ ਜਾਨ, ਇਹ ਗੱਲ ਤੂੰ ਆਪਣੇ ਹਿਰਦੇ 'ਚ ਭਲੀ ਪ੍ਰਕਾਰ ਨਾਲ ਮਨ ਵਿੱਚ ਜਾਣ ਲੈ। ਅਸ ਕਹਿ ਤੂਸ਼ਨ ਕੀਨੀ ਖਾਨ, ਏਦਾਂ ਕਹਿ ਕੇ ਉਭਾਰੇ ਖਾਨ ਜੀ ਚੁੱਪ ਕਰ ਗਏ। ਦੋਹਰਾ ਰਿਸ ਸੋ ਰਿਦਾ ਜਰਾਵਈ, ਚਲੇ ਨ ਤੈਂ ਬਸ ਕੋਈ। ਤਾਂ ਕ੍ਰੋਧ ਦੀ ਅੱਗ ਨਾਲ ਸੜਨ ਲੱਗ ਪਿਆ, ਵਸ ਨਹੀਂ ਪਿਆ ਚੱਲਦਾ ਅਬਦੁਲ ਰਹਿਮਾਨ ਦਾ ਵੀ ਹੁਣ ਕੀ ਕਰਾਂ। ਉਬਾਰੇ ਖਾਨ ਦੇ ਸਾਹਮਣੇ, ਉਹ ਵੀ ਬਲੀ ਸੀ, ਯੋਧਾ ਸੀ, ਸ਼ਸਤਰਧਾਰੀ ਸੀ, ਇਹ ਬੋਲ ਨਹੀਂ ਸਕਿਆ ਕੁਝ। ਸ੍ਰੀ ਗੁਰ ਕੀ ਉਸਤਤ ਅਧਿਕ, ਜਰੀ ਜਾਏ ਨੈ ਸੋਏ। ਸਤਿਗੁਰਾਂ ਦੀ ਵਡਿਆਈ ਇਹੋ ਜੀ ਉਸਤਤ ਹੈ, ਵੱਡੀ ਹੈ ਕਿ ਇਹਦੇ ਕੋਲ ਸੁਣ ਕੇ ਜਰੀ ਨਹੀਂ ਪੀ ਜਾਂਦੀ। ਆ ਮੀਂਹ ਪੈਂਦਾ ਤੇ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ। ਜਵਾਸੇ ਦੇ ਬੂਟੇ ਤੇ ਜਦੋਂ ਮੀਂਹ ਦੀਆਂ ਛਿੱਟਾਂ ਪੈਂਦੀਆਂ ਤੇ ਸੜ ਕੇ ਸੁਆਹ ਹੋ ਜਾਂਦਾ ਹੈ। ਇਹ ਅਬਦੁਲ ਰਹਿਮਾਨ ਗੁਰੂ ਸਾਹਿਬ ਦੀ ਵਡਿਆਈ ਸੁਣ ਕੇ ਸੜਬਲ ਗਿਆ। ਜੋ ਪਈ ਨਿਜ ਕਰ ਰਿਓ ਉਬਾਰੇ ਖਾਨ, ਉਬਾਰੇ ਖਾਨ ਜੀ ਆਪਣੇ ਘਰ ਚਲੇ ਗਏ। ਅੰਨ ਖਾਏ ਨਿਸ ਕੀ ਗੁਜ਼ਰਾਨਾ, ਲੰਗਰ ਪ੍ਰਸ਼ਾਦ ਛਕਿਆ ਤੇ ਛਕਣ ਤੋਂ ਪਹਿਲਾਂ ਮਹਾਰਾਜ ਜੀ ਦਾ ਸ਼ੁਕਰ ਕੀਤਾ। ਗੁਰੂ ਨਾਨਕ ਸਾਹਿਬ, ਇਹ ਪ੍ਰਸ਼ਾਦੇ ਦਾ ਥਾਲ ਤੁਹਾਡੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ, ਇਹ ਭੋਜਨ ਤੁਹਾਡੀ ਦਇਆ ਨਾਲ ਪ੍ਰਾਪਤ ਹੋਇਆ, ਇਹਦੇ ਦਾਤੇ ਤੁਸੀਂ ਹੋ। ਇਹ ਕਹਿ ਕੇ ਪ੍ਰਸ਼ਾਦਾ ਛਕਿਆ ਤੇ ਰਾਤ ਬਤੀਤ ਕੀਤੀ। ਔਰ ਪਾਈ ਤੇ ਪਇਓ ਤਿਆਰੂ, ਅਗਲਾ ਦਿਨ ਚੜਿਆ ਤੇ ਤਿਆਰ ਹੋਇਆ ਉਭਾਰੇ ਖਾਨ। ਓੜਸ ਗਜਲੇ ਅੰਬਰ ਚਾਰੂ, 16 ਗਜ ਦਾ ਇੱਕ ਬੜਾ ਸੋਹਣਾ ਕੱਪੜਾ ਸੀ ਇਹਦੇ ਕੋਲ, ਥਾਨ ਸੀ, 16 ਗਜ ਸੀ ਉਹਦਾ ਮਾਪਾ, ਉਹ ਇਹਨੇ ਲਿਆ। ਅਹੇ ਬਾਫਤਾ ਜੋ ਬਹੁ ਮੁੱਲਾ, ਜਿਹੜਾ ਬਾਫਤੇ ਦਾ ਕੱਪੜਾ ਹੁੰਦਾ ਨਾ, ਬਹੁ ਮੁੱਲਾ ਬਾਫਤਾ, ਉਹ ਕੱਪੜਾ ਇਹਨੇ ਲਿਆ। ਗਮਨਿਓ ਗੁਰ ਟਿਗਰੀ ਦੇ ਅਮੂਲਾ, ਹਿਰਦੇ ਵਿੱਚ ਅਡੋਲ ਬਿਰਤੀ ਧਾਰਨ ਕਰਕੇ ਤੇ ਉਹ 16 ਗਜ ਦਾ ਇੱਕ ਵੱਡਾ ਥਾਨ, ਬੜਾ ਕੀਮਤੀ ਬਾਫਤਾ ਹੈ, ਬਰੀਕ ਧਾਗੇ ਦਾ ਬਣਿਆ ਹੋਇਆ, ਉਹ ਲੈ ਕੇ ਸਤਿਗੁਰਾਂ ਵੱਲ ਚੱਲਿਆ ਹੈ। ਜਾਏ ਅਗਾਰੀ ਧਰ ਕੈਸੋ, 16 ਗਜਾਂ ਦਾ ਉਹ ਕੀਮਤੀ ਬਾਫਤੇ ਦਾ ਥਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਧਰਿਆ।
ਰੱਖ ਕੇ ਮੱਥਾ ਟੇਕਿਆ। ਆਤਨ ਵਿਖੇ ਗਏ ਪਗ ਦੋ, ਔਰ ਮਹਾਰਾਜ ਜੀ ਦੇ ਚਰਨ ਆਪਣੇ ਹੱਥਾਂ ਵਿੱਚ ਫੜ ਲਏ। ਦੀਨ ਹੋਏ ਕਰ ਗਰੀਬ ਨਿਵਾਈ, ਬੜਾ ਦੀਨ ਤੇ ਵਿਨਮਰ ਹੋ ਕੇ ਸੀਸ ਨਿਵਾਇਆ। ਪਦ ਕੀ ਰਜ ਨਿਜ ਮਸਤਕ ਲਾਈ, ਪਾਤਸ਼ਾਹ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦਾ ਉਭਾਰੇ ਖਾਨ। ਸਰਬ ਬਦਨ ਪਰ ਪੁਨ ਕਰ ਫੇਰਤ, ਫਿਰ ਸਾਰੇ ਮੂੰਹ ਦੇ ਉੱਤੇ ਮੁਖ ਦੇ ਉੱਤੇ ਉਹ ਸਾਰਾ ਹੱਥ ਫੇਰਿਆ। ਸਨਮੁਖ ਬੈਠ ਦਰਸ ਕੋ ਹੀਰਤ, ਸਤਿਗੁਰੂ ਜੀ ਦੇ ਸਨਮੁਖ ਬਹਿ ਕੇ ਉਭਾਰੇ ਖਾਨ ਜੀ ਦਰਸ਼ਨ ਕਰਦੇ ਨੇ ਮਹਾਰਾਜ ਜੀ ਦੇ। ਦੋਹਰਾ ਸ਼੍ਰੀ ਗੁਰ ਬੋਲੇ ਖਾਨ ਜੀ, ਕਰਹੀ ਭਲਾ ਖੁਦਾਈ। ਮਹਾਰਾਜ ਜੀ ਕਹਿੰਦੇ ਉਭਾਰੇ ਖਾਨ ਖੁਦਾ ਭਲਾ ਕਰੇ, ਵਾਹਿਗੁਰੂ ਪਰਮੇਸ਼ਰ ਕਰਤਾਰ ਭਲਾ ਕਰੇ। ਨਾਮ ਦਾਨ ਬਖਸ਼ੇ ਤੁਮੇ, ਮੋਹ ਮਨੋਜ ਮਿਟਾਏ। ਪਰਮੇਸ਼ਰ ਤੈਨੂੰ ਨਾਮ ਦਾ ਦਾਨ ਬਖਸ਼ੇ, ਔਰ ਤੇਰੇ ਹਿਰਦੇ ਚੋਂ ਮੋਹ ਆਦਿਕ ਵਿਕਾਰ ਬਿਨਸ ਜਾਣ। ਜੋ ਪਈ ਹਮਕੋ ਉਚਿਤ ਨ ਐਸੇ ਚੀਰਾ, ਅੱਛਾ ਕਹਿੰਦੇ ਆ ਜਿਹੜੇ ਕੱਪੜੇ ਲਿਆਇਆ ਤੂੰ ਬੜਾ ਸੋਹਣਾ ਕੀਮਤੀ ਥਾਨ ਹੈ। ਪਾਤਸ਼ਾਹ ਕਹਿੰਦੇ ਸਾਡੇ ਉਚਿਤ ਨਹੀਂ। ਪਾਤਸ਼ਾਹ ਕਹਿੰਦੇ ਇਹ ਬੜਾ ਕੀਮਤੀ ਥਾਨ ਹੈ, ਬੜਾ ਸੋਹਣੇ ਧਾਗੇ ਦਾ ਬਣਿਆ ਰਾਜੇ ਬਾਦਸ਼ਾਹ ਪਾਉਂਦੇ ਐ, ਇਹ ਸਾਡੇ ਲਾਇਕ ਨਹੀਂ, ਉਚਿਤ ਨਹੀਂ। ਨਿਰਪ ਪੈਰੇ ਹਮ ਆਏ ਫਕੀਰਾ, ਜੀ ਕਹਿੰਦੇ ਇਹੋ ਜਿਹੇ ਕੱਪੜੇ ਤਾਂ ਉਭਾਰੇ ਖਾਨ ਰਾਜੇ ਪਹਿਨਦੇ ਹੁੰਦੇ ਆ ਬਾਦਸ਼ਾਹ, ਅਸੀਂ ਆ ਫਕੀਰ। ਫਕੀਰਾਂ ਨੂੰ ਤਾਂ ਖਾਦੀ ਕੱਪੜਾ ਸੂਤੀ ਕੱਪੜਾ ਇਹੀ ਚੰਗਾ ਪਾਉਂਦਾ। ਇਹ ਜਿਹੜਾ ਵਧੀਆ ਪੁਸ਼ਾਕ ਤੂੰ ਲੈ ਆਇਆ, ਇਹੋ ਜਿਹੇ ਕੱਪੜੇ ਤਾਂ ਰਾਜੇ ਬਾਦਸ਼ਾਹ ਪਹਿਨਦੇ ਨੇ। ਪਹੁੰਚਿਓ ਹਮੇ ਜਵਾਨਿਓ ਤੋਈ, ਤੂੰ ਲੈ ਆਇਆ ਸਾਨੂੰ ਪਹੁੰਚ ਗਿਆ, ਹੁਣ ਇਹ ਤੂੰ ਵਾਪਸ ਲੈ ਜਾ। ਪਾਤਸ਼ਾਹ ਕਹਿੰਦੇ ਤੂੰ ਲੈ ਆਇਆ ਸਾਨੂੰ ਪਹੁੰਚ ਗਿਆ। ਅਸ ਪੋਸ਼ਿਸ਼ ਪੂਪਤ ਕੋ ਸੋਈ, ਕਿਉਂਕਿ ਇਹੋ ਜੀਆਂ ਪੁਸ਼ਾਕਾਂ ਇਹੋ ਜਿਹੇ ਕੱਪੜੇ ਤਾਂ ਰਾਜਿਆਂ ਨੂੰ ਸੋਭਦੇ ਹਨ। ਭਇਓ ਸੰਪੂਰਨ ਤੁਮ ਕੋ ਪਾਏ, ਤੇਰਾ ਪ੍ਰੇਮ ਸੰਪੂਰਨ ਹੋ ਗਿਆ ਉਭਾਰੇ ਖਾਨ, ਤੇਰੀ ਭਾਵਨਾ ਪ੍ਰਵਾਨ ਹੋ ਗਈ ਹੈ। ਬਖਸ਼ ਲਏ ਹੋ ਆਪ ਖੁਦਾ